ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਤੁਹਾਡੇ ਆਪਣੇ ਨਿਊਜ਼ ਚੈਨਲ ਸਪੇਨ ਨਿਊਜ਼ ਗੁਰਜੀਤ ਸਿੰਘ ਦੇ ਵਿੱਚ। ਤੇ ਅੱਜ ਦੀਆਂ ਖਬਰਾਂ ਲੈ ਕੇ ਅਸੀਂ ਹਾਜ਼ਰ ਹੋ ਗਏ ਹਾਂ ਜੀ। ਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਜੀ। ਸਪੇਨ ਵਿੱਚ ਜੋ ਹੈ ਹੁਣ ਅਲੱਗ-ਅਲੱਗ ਜਗ੍ਹਾ ਤੇ ਜਿਹੜਾ ਹੈ ਲੌਕਡਾਊਨ ਹੋਣ ਜਾ ਰਿਹਾ ਹੈ ਜੀ। ਜਿਸ ਵਿੱਚ ਸਭ ਤੋਂ ਪਹਿਲਾਂ ਕਤਲੋਨੀਆ ਜੀ। ਕਤਲੋਨੀਆ ਨੇ ਜਿਹੜਾ ਹੈ 7 ਤਰੀਕ ਤੇ ਲੌਕਡਾਊਨ ਜਿਹੜਾ ਹੈ ਉਸ ਦਾ ਜਿਹੜਾ ਐਲਾਨ ਕਰ ਦਿੱਤਾ ਤੇ 17 ਤਰੀਕ ਤੱਕ ਚੱਲੇਗਾ। ਤੇ ਕੱਲ ਦੀ ਜਿਹੜੀ ਹੈ ਵੀਡੀਓ ਦੇ ਵਿੱਚ ਅਸੀਂ ਦੱਸ ਦਿੱਤਾ ਹੈ ਕਿ ਇਸ ਤਰ੍ਹਾਂ ਜੋ ਹੈ ਕਤਲੋਨੀਆ ਦੇ ਜੋ ਹੈ ਉਹ ਸਖਤਾਈਆਂ ਜਿਹੜੀਆਂ ਹੈ ਹੋਣਗੀਆਂ। ਤੇ ਬਾਕੀ ਅੱਜ ਲੈ ਕੇ ਆਏ ਹਾਂ ਜੀ ਕਤਲੋਨੀਆ ਤੋਂ ਇਲਾਵਾ ਜਿਹੜਾ ਹੈ ਬਹੁਤ ਸਾਰੇ ਕਮਿਊਨਿਟੀਆਂ ਹਨ ਜਿੱਥੇ ਸਖਤਾਈਆਂ ਹੋਣਗੀਆਂ, ਪਰ ਜਿੱਥੇ ਆਪਣੇ ਪੰਜਾਬੀ ਭਾਈਚਾਰਾ ਹੈ ਤੇ ਜਿੱਥੋਂ ਸਾਨੂੰ ਤਕਰੀਬਨ ਫੋਨ ਆਉਂਦੇ ਰਹਿੰਦੇ ਹਨ ਉਹਨਾਂ ਕਮਿਊਨਿਟੀਆਂ ਦਾ ਜਿਹੜਾ ਹੈ ਅਸੀਂ ਜਿਹੜਾ ਹੈ ਖਾਸ ਜ਼ਿਕਰ ਲੈ ਕੇ ਅੱਜ ਆਏ ਹਾਂ ਜੀ। ਪਹਿਲੀ ਆਪਾਂ ਗੱਲ ਕਰਦੇ ਜੀ ਅੰਦਾਲੂਸੀਆ ਦੀ। ਅੰਦਾਲੂਸੀਆ ਵਿੱਚ ਹੁਣ ਜੋ ਹੈ ਜੀ 8 ਮਿਊਨਿਸਿਪੀਓ ਵਿੱਚ ਲੌਕਡਾਊਨ ਜਿਹੜਾ ਹੈ ਹੋ ਗਿਆ ਹੈ ਅਤੇ 2 ਏਰੀਆਸ ਦੇ ਜੋ ਅੰਦਾਲੂਸੀਅਨ ਉਸ ਵਿੱਚ ਜਿਹੜਾ ਹੈ ਉਹ ਲੌਕਡਾਊਨ 100% ਹੋ ਗਿਆ ਹੈ। ਨਾ ਹੀ ਉਹਨਾਂ ਵਿੱਚੋਂ ਬਾਹਰ ਜਾ ਸਕਦੇ ਨਾ ਹੀ ਅੰਦਰ ਆ ਸਕਦੇ ਆ। ਤੇ ਇਹ ਜਿਹੜਾ ਲੌਕਡਾਊਨ ਇਹਨਾਂ ਦੋਵਾਂ ਏਰੀਆ ਵਿੱਚ 14 ਦਿਨ ਲਈ ਹੋਇਆ ਹੈ ਜੀ। ਆਰਾਗੋਨ ਦੀ ਗੱਲ ਕਰਦੇ ਹਾਂ ਜੀ। ਸਪੇਨ ਦੇ ਆਰਾਗੋਨ ਵਿੱਚ ਜਿਹੜਾ ਹੈ ਕੇਸ ਵਧਣ ਕਾਰਨ ਇਸ ਨੂੰ ਜਿਹੜਾ ਹੈ ਫਾਸੇ 1 ਤੋਂ ਫਾਸੇ 3 ਵਿੱਚ ਜਿਹੜਾ ਹੈ ਕਰ ਦਿੱਤਾ ਹੈ। ਬਹੁਤ ਸਾਰੀਆਂ ਸਖਤਾਈਆਂ ਇਸ ਵਿੱਚ ਲਾਗੂ ਹੋ ਗਈਆਂ ਹਨ। ਇੱਥੇ ਗਰਾਵੇ ਹਾਲਾਤ ਜਿਹੜੇ ਹੈ ਬਣ ਗਏ ਹਨ। ਇੱਥੇ ਜਿਹੜਾ ਹੈ ਨਵੇਂ ਵਾਇਰਸ ਸੇਪਾ ਦੇ ਕਾਰਨ ਜਿਹੜਾ ਹੈ ਇਹ ਜੋ ਵਾਇਰਸ ਹੈ ਬੜੀ ਜਲਦੀ ਜਿਹੜਾ ਕਰੋਨਾ ਵਾਇਰਸ ਫੈਲ ਰਿਹਾ ਹੈ। ਡਾਕਟਰਾਂ ਵਾਸਤੇ ਜੋ ਹੈ ਕਰੋਨਾ ਵਾਇਰਸ ਨੂੰ ਜੋ ਹੈ ਉਸ ਤੇ ਕਾਬੂ ਪਾਉਣਾ ਆਰਾਗੋਨ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਗਿਆ ਹੈ ਜੀ। ਬਲਿਆਰਸ ਦੇ ਵਿੱਚ ਜੀ ਜੋ ਕੇਸ ਹਨ ਉੱਥੇ ਉਹ ਕੇਸ ਘਟ ਰਹੇ ਹਨ, ਪਰ ਸਾਰੇ ਬਲਿਆਰਸ ਵਿੱਚੋਂ ਜੋ ਮਜੋਰਕਾ ਹੈ ਉਸ ਵਿੱਚ ਕਾਫੀ ਜੋ ਹੈ ਕੇਸ ਪਾਏ ਜਾ ਰਹੇ ਹਨ ਤੇ ਲਗਾਤਾਰ ਇੱਥੇ ਕੇਸ ਮਜੋਰਕਾ ਵਿੱਚ ਆ ਰਹੇ ਹਨ। ਮਜੋਰਕਾ ਵਿੱਚ 6 ਵਜੇ ਸ਼ਾਮ ਨੂੰ ਜੋ ਹੈ ਰੈਸਟੋਰੈਂਟ ਬੰਦ ਕਰਨ ਦੇ ਆਦੇਸ਼ ਆ ਗਏ ਹਨ ਅਤੇ ਜ਼ਰੂਰੀ ਖਾਣ ਪੀਣ ਵਾਲੀਆਂ ਚੀਜ਼ਾਂ ਜਿਵੇਂ ਅਤੇ ਫਾਰਮੇਸੀਆਂ ਵਗੈਰਾ ਜਿਹੜੀਆਂ ਹੈ ਉਹਨਾਂ ਦਾ ਸਮਾਂ 8 ਵਜੇ ਤੱਕ ਕਰ ਦਿੱਤਾ ਗਿਆ ਹੈ ਜੀ। ਕਨਾਰੀਆ ਦੀ ਅੱਗੇ ਗੱਲ ਕਰੀਏ। ਕਨਾਰੀਆ ਵਿੱਚ ਪਹਿਲਾਂ ਜਿਹੜਾ ਹੈ ਤੋਕੇ ਦੇ ਕੇਦਾ ਜਿਹੜਾ ਹੈ ਉਸ ਨੂੰ ਜੋ ਹੈ ਉਸ ਵਿੱਚ ਜੋ ਹੈ ਟਾਈਮ ਦੀ ਤਬਦੀਲੀ ਜਿਹੜੀ ਹੈ ਉਹ ਗੌਰਮੈਂਟ ਦਾ ਪਲਾਨ ਸੀ ਕਿ ਇਸ ਵਿੱਚ ਟਾਈਮ ਦੀ ਤਬਦੀਲੀ ਕੀਤੀ ਜਾਵੇ ਕਿਉਂਕਿ ਕਨਾਰੀਆ ਵਿੱਚ ਕੇਸ ਜਿਹੜੇ ਹੈ ਘੱਟ ਹਨ ਤੇ ਇੱਥੇ ਸਖਤਾਈਆਂ ਵੀ ਕਾਫੀ ਚੱਕਣ ਦੀ ਜਿਹੜੀ ਇਹ ਗੱਲ ਹੋਈ ਹੈ। ਪਰ ਹੁਣ ਜਿਹੜਾ ਹੈ ਗੌਰਮੈਂਟ ਨੇ ਜਿਹੜਾ ਆਖਰੀ ਫੈਸਲਾ ਲਿਆ ਉਸ ਵਿੱਚ ਤੋਕੇ ਦੇ ਕੇਦਾ ਜਿਹੜਾ ਹੈ ਇਸੇ ਤਰ੍ਹਾਂ ਹੀ ਕਨਾਰੀਆ ਵਿੱਚ ਬਰਕਰਾਰ ਰਹੇਗਾ ਅਤੇ ਇੱਥੇ ਜੋ ਹੈ 10 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਮਿਲ ਗਈ ਹੈ ਜੀ। ਵਲੈਂਸੀਆ ਦੀ ਗੱਲ ਕਰਦੇ ਹਾਂ ਜੀ। ਇੱਥੇ ਜਿਹੜਾ ਹੈ ਕਮਰਸ਼ੀਅਲ ਵਿੱਚ ਜਿਹੜਾ ਅਫੋਰੋ ਨੂੰ 50% ਕਰ ਦਿੱਤਾ ਗਿਆ ਹੈ। ਪਹਿਲਾਂ ਇੱਥੇ ਅਫੋਰੋ ਜਿਹੜੀ ਹੈ ਉਹ ਜ਼ਿਆਦਾ ਸੀ ਪਰ ਹੁਣ ਘਟਾ ਕੇ ਜੋ ਭੀੜ ਹੈ ਉਸ ਨੂੰ 50% ਕਰ ਦਿੱਤਾ ਗਿਆ ਹੈ ਅਤੇ 6 ਲੋਕਾਂ ਦੇ ਇਕੱਠ ਦੀ ਹੀ ਮਨਜ਼ੂਰੀ ਜਿਹੜੀ ਹੈ ਵਲੈਂਸੀਆ ਵਿੱਚ ਹੈ ਜੀ। ਪੂਰੇ ਵਲੈਂਸੀਆ ਵਿੱਚ 26 ਮਿਊਨਿਸਿਪੀਆਂ ਵਿੱਚ ਜਿਹੜਾ ਹੈ ਸਖਤਾਈਆਂ ਵੱਧ ਰਹੀਆਂ ਹਨ ਜੀ। ਗੱਲ ਕਰਦੇ ਹਾਂ ਜੀ ਐਕਸਟ੍ਰੀਮਾਦੋਰਾ ਜੀ। ਇੱਥੇ ਜਿਹੜਾ ਹੈ ਕਮਰਸ਼ੀਓ ਅਤੇ ਹੋਸਟਲ ਏਰੀਆ ਜਿਹੜਾ ਹੈ ਟੋਟਲ ਬੰਦ ਕਰ ਦਿੱਤਾ ਗਿਆ ਹੈ ਪਰ ਜਵਾਰ ਹੀ ਇੱਥੇ ਰਹੇਗਾ। ਪਰ ਸਭ ਤੋਂ ਵੱਧ ਸਖਤਾਈ ਜਿਹੜੀ ਹੈ ਐਕਸਟ੍ਰੀਮਾਦੋਰਾ ਦੇ ਵਿੱਚ ਬਾਦਾਖੋਸ਼ ਅਤੇ ਕਾਸੇਰਾ ਹੈ ਇਸ ਵਿੱਚ ਜਿਹੜੀ ਹੈ ਸਭ ਤੋਂ ਵੱਧ ਸਖਤਾਈ ਜਿਹੜੀ ਹੈ ਕੀਤੀ ਗਈ ਹੈ ਜੀ ਜੋ ਅਗਲੇ 7 ਦਿਨ ਤੱਕ ਜਾਰੀ ਰਹੇਗੀ ਅਤੇ ਇਸ ਨਾਲ 5000 ਜਿਹੜੇ ਹਨ ਐਕਸਟ੍ਰੀਮਾਦੋਰਾ ਦੇ ਲੋਕ ਜਿਹੜੇ ਹਨ ਜਿਹੜੇ ਜ਼ਿਆਦਾ ਸਖਤਾਈਆਂ ਕਰਕੇ ਅਫੈਕਟਡ ਹੋਣਗੇ ਜੀ। ਅੱਗੇ ਜੀ ਲਾਰਿਓਖਾ ਦੇ ਵਿੱਚ ਇੱਥੇ ਜੋ ਇੱਕੋ ਘਰ ਵਿੱਚ ਰਹਿੰਦੇ ਹਨ ਉਹਨਾਂ ਦੇ ਹੀ 4 ਲੋਕਾਂ ਦੇ ਇਕੱਠ ਦੀ ਮਨਜ਼ੂਰੀ ਹੈ। ਇਸ ਤੋਂ ਇਲਾਵਾ ਜੋ ਕਿ ਵੱਖ-ਵੱਖ ਕਿਸੇ ਨੇ ਰੀਨਿਊਨ ਕਰਨੀ ਹੋਵੇ ਤੇ ਵੱਖ-ਵੱਖ ਜਗ੍ਹਾ ਤੇ ਰਹਿੰਦੇ ਹੋਣ ਉਹਨਾਂ ਦੇ 4 ਲੋਕਾਂ ਦੇ ਇਕੱਠ ਤੇ ਵੀ ਮਨਜ਼ੂਰੀ ਨਹੀਂ ਹੈ ਜੀ। 4 ਲੋਕ ਉੱਥੇ ਇਕੱਠੇ ਨਹੀਂ ਹੋ ਸਕਦੇ ਅਤੇ ਲਾਰਿਓਖਾ ਦੇ ਵਿੱਚ ਜਿਹੜੇ ਹੈ ਕੇਸ ਜ਼ਿਆਦਾ ਹੋਣ ਕਰਕੇ ਇੱਥੇ ਜਿਹੜਾ ਹੈ ਹੋਰ ਜ਼ਿਆਦਾ ਸਖਤਾਈਆਂ ਵਧਾਉਣ ਦਾ ਪਲਾਨ ਬਣ ਰਿਹਾ ਹੈ ਜੀ। ਸਪੇਨ ਵਿੱਚ ਜੀ ਬ੍ਰਿਟੇਨ ਦੇ ਜਿਹੜੇ ਨਵਾਂ ਕਰੋਨਾ ਜਿਹੜਾ ਜਿਸ ਦਾ ਨਾਮ ਸਪੇਨ ਵਿੱਚ ਸੇਪਾ ਹੈ ਜੀ ਉਹ ਹੁਣ ਤੱਕ ਪੂਰੇ ਸਪੇਨ ਵਿੱਚ 50 ਕੇਸ ਡਿਟੈਕਟ ਹੋ ਗਏ ਹਨ ਤੇ ਇਹ ਜਿਹੜਾ ਹੈ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਜੀ। ਹੈਲਥ ਮਿਨਿਸਟਰ ਸਲਵਾਡੋਰ ਈਆ ਨੇ ਕਿਹਾ ਹੈ ਸੇਪਾ ਭਾਵੇਂ ਜਾਨਲੇਵਾ ਨਹੀਂ ਹੈ ਜੀ
ਪਰ ਫਿਰ ਵੀ ਜਿਹੜਾ ਹੈ ਇਸ ਤੋਂ ਜਿਹੜਾ ਹੈ ਜਿਹੜਾ ਬਹੁਤ ਹੀ ਜਲਦੀ ਜਿਹੜਾ ਹੈ ਕਰੋਨਾ ਵਾਇਰਸ ਜਿਹੜਾ ਫੈਲਦਾ ਹੈ, ਜਿਸ ਨਾਲ ਲੋਕ ਜ਼ਿਆਦਾ ਅਫੈਕਟਡ ਹੋਣ ਦਾ ਜਿਹੜਾ ਹੈ ਸੰਭਾਵਨਾ ਬਣ ਜਾਂਦੀ ਹੈ। ਇਸ ਕਰਕੇ ਸਲਵਾਡੋਰੀਆ ਨੇ ਨਾਲ ਹੀ ਕਿਹਾ ਕਿ ਆਪਣੇ ਮੂੰਹ ਤੇ ਮਾਸਕ ਅਤੇ ਆਮ ਹੀ ਜਿਹੜਾ ਹੈ ਹਰੇਕ ਥਾਂ ਤੇ ਹੱਥ ਲਾਉਣ ਤੋਂ ਗੁਰੇਜ਼ ਕਰੋ ਤੇ ਆਪਣੇ ਆਪ ਨੂੰ ਜਿਹੜਾ ਹੈ ਬਚਾ ਕੇ ਰੱਖੋ, ਕਿਉਂਕਿ ਸੇਪਾ ਜਿਹੜਾ ਹੈ ਸਪੇਨ ਦੇ ਵਿੱਚ ਜਿਹੜਾ ਦਸਤਕ ਦੇ ਚੁੱਕਾ ਹੈ ਤੇ ਇਸ ਦੇ 50 ਕੇਸ ਡਿਟੈਕਟ ਹੋ ਗਏ ਹਨ, ਜਿਹੜਾ ਬਹੁਤ ਹੀ ਤੇਜ਼ੀ ਨਾਲ ਸਪੇਨ ਦੇ ਵਿੱਚ ਫੈਲ ਰਿਹਾ ਹੈ। ਇਸ ਕਰਕੇ ਉਹਨਾਂ ਨੇ ਜਿਹੜਾ ਹੈ ਅਲੱਗ-ਅਲੱਗ ਜਗ੍ਹਾ ਤੇ ਸਖਤਾਈਆਂ ਵਧਾਈਆਂ ਹਨ ਜੀ। ਅਤੇ ਕਤਲੂਨੀਆ ਵਿੱਚ ਜਿਹੜਾ ਜੀ 10 ਦਿਨ ਦੀ ਜਿਹੜਾ ਹੈ ਇਹਨਾਂ ਨੇ ਲਾਕਡਾਊਨ ਕੀਤਾ ਹੈ, ਉਸ ਦਾ ਮੇਨ ਮਕਸਦ ਸਲੂਦ ਨੇ ਕਿਹਾ ਹੈ ਕਿ ਜੋ ਕਰੋਨਾ ਵਾਇਰਸ ਹੈ ਉਹ ਤਕਰੀਬਨ 10 ਦਿਨਾਂ ਵਿੱਚ ਆਪਣਾ ਜਿਹੜਾ ਹੈ ਮੋੜਾ ਖਾ ਜਾਂਦਾ ਹੈ ਤੇ ਜਿਹੜਾ ਐਂਟੀਬਾਇਓਟਿਕ ਜਿਹੜਾ ਸਰੀਰ 10 ਦਿਨਾਂ ਦੇ ਅੰਦਰ ਅੰਦਰ ਜਿਹੜਾ ਬਣਾਉਣ ਲੱਗ ਪੈਂਦਾ ਹੈ। ਇਸ ਨਾਲ ਸਾਨੂੰ ਜਿਹੜਾ ਹੈ ਜੇਕਰ ਲੋਕ ਘਰਾਂ ਵਿੱਚ ਰਹਿਣਗੇ ਤੇ ਜਿਸ ਨੂੰ ਵੀ ਕਰੋਨਾ ਵਾਇਰਸ ਦੀ ਸ਼ਿਕਾਇਤ ਹੋਵੇਗੀ ਉਸ ਨੂੰ ਡਿਟੈਕਟ ਕੀਤਾ ਜਾਵੇਗਾ ਤੇ ਉਸ ਦਾ ਇਲਾਜ ਜਿਹੜਾ ਹੈ ਕੀਤਾ ਜਾਵੇਗਾ, ਜਿਸ ਨਾਲ ਕਰੋਨਾ ਜਿਹੜਾ ਹੋਰ ਥਾਵਾਂ ਤੇ ਫੈਲ ਨਹੀਂ ਸਕੇਗਾ। ਇਹ ਉਹਨਾਂ ਨੇ ਪਲਾਨ ਆਪਣੇ ਹਿਸਾਬ ਨਾਲ ਬਣਾਇਆ ਹੈ ਅਤੇ ਸਾਰੇ ਲੋਕਾਂ ਨੂੰ ਸਹਿਯੋਗ ਦੇਣ ਦਾ ਦੱਸਿਆ ਹੈ। ਉਹਨਾਂ ਨੇ ਕਿਹਾ ਹੈ ਕਿ 10 ਦਿਨ ਸਿਰਫ ਜਿਹੜੇ ਹੈ ਗੌਰਮੈਂਟ ਨੂੰ ਹੋਰ ਦਿੱਤੇ ਜਾਣ ਤਾਂ ਕਿ ਉਹ ਜਿਹੜਾ ਹੈ ਕਰੋਨਾ ਵਾਇਰਸ ਨੂੰ ਜਿਹੜਾ ਹੈ ਆਪਣੇ ਹਿਸਾਬ ਦੇ ਅਨੁਸਾਰ ਕਾਬੂ ਪਾ ਸਕਣ ਜੀ। ਨਾਈਜੀਰੀਆ ਤੋਂ ਖਬਰ ਹੈ ਜੀ। ਨਾਈਜੀਰੀਆ ਦੇ ਪਿੰਡਾਂ ਵਿੱਚ ਅਚਾਨਕ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ ਹੈ, ਜਿਸ ਵਿੱਚ 100 ਤੋਂ ਵੱਧ ਲੋਕਾਂ ਦੀ ਜਿਹੜਾ ਹੈ ਮਾਰੇ ਜਾਣ ਦੀ ਖਬਰ ਹੈ ਜੀ। ਨਾਈਜੀਰੀਆ ਵਿੱਚ ਅੰਧਾਧੁੰਦ ਗੋਲੀਆਂ ਚੱਲੀਆਂ, ਜਿਸ ਵਿੱਚ 2 ਪਿੰਡਾਂ ਦੇ ਲੋਕਾਂ ਨੂੰ ਮਿਲਾ ਕੇ 100 ਲੋਕਾਂ ਦੀ ਜਿਹੜੀ ਹੈ ਮੌਤ ਹੋ ਗਈ ਹੈ ਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ ਹਨ। ਨਾਈਜੀਰੀਆ ਦੀ ਗੌਰਮੈਂਟ ਨੇ ਜਿਹੜਾ ਹੈ ਇਹਨਾਂ ਦੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ੀਆਂ ਦੀ ਭਾਲ ਦੇ ਆਰਡਰ ਦੇ ਦਿੱਤੇ ਹਨ ਅਤੇ ਇਹਨਾਂ 100 ਲੋਕਾਂ ਦੀ ਮੌਤ ਨੂੰ ਲੈ ਕੇ ਨਾਈਜੀਰੀਆ ਦੀ ਗੌਰਮੈਂਟ ਨੇ 3 ਦਿਨਾਂ ਦਾ ਕੌਮੀ ਸੋਗ ਜਿਹੜਾ ਹੈ ਕਰਨ ਦਾ ਐਲਾਨ ਕੀਤਾ ਹੈ ਜੀ। ਇੰਡੀਆ ਨੇ ਯੂਕੇ ਨੂੰ ਕੱਲ 6 ਜਨਵਰੀ 2021 ਜੋ ਹੈ ਉਸ ਦਿਨ ਜਿਹੜਾ ਹੈ ਇੰਡੀਆ ਅਤੇ ਯੂਕੇ ਦੀ ਜਿਹੜਾ ਹੈ 에ਅਰਲਾਈਨਾਂ ਤੇ ਜਿਹੜੀ ਰੋਕ ਲੱਗੀ ਸੀ ਉਹ ਕੱਲ ਨੂੰ ਚੱਲਣ ਦਾ ਐਲਾਨ ਹੋ ਗਿਆ ਜੀ। ਕੱਲ ਤੋਂ ਇੰਡੀਆ ਯੂਕੇ ਜਿਹੜੀ ਹੈ 에ਅਰਲਾਈਨ ਚੱਲ ਪਵੇਗੀ, ਜਿਸ ਵਿੱਚ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹਫ਼ਤੇ ਦੇ ਵਿੱਚ ਜਿਹੜਾ ਹੈ ਇੰਡੀਆ ਨੇ 30 ਫਲਾਈਟਸ ਦੀ ਜਿਹੜੀ ਹੈ ਮਨਜ਼ੂਰੀ ਦਿੱਤੀ ਹੈ ਜੀ। ਹਰੇਕ ਯਾਤਰੀ ਦਾ ਜਿਹੜਾ ਹੈ ਨੈਗੇਟਿਵ ਟੈਸਟ ਜਿਹੜਾ ਹੈ ਹੋਣਾ ਜ਼ਰੂਰੀ ਹੋਵੇਗਾ, ਜੋ ਕਿ 72 ਘੰਟੇ ਪਹਿਲਾਂ ਹੀ ਕੀਤਾ ਹੋਣਾ ਜ਼ਰੂਰੀ ਹੈ ਜੀ। ਇੰਗਲੈਂਡ ਤੋਂ ਇੰਡੀਆ ਆਏ ਲੋਕਾਂ ਵਿੱਚੋਂ 58 ਲੋਕਾਂ ਦੇ ਕਰੋਨਾ ਦੇ ਸੇਪਾ ਦੇ ਟੈਸਟ ਪੋਜ਼ਿਟਿਵ ਆਏ ਹਨ ਅਤੇ ਹੁਣ 에ਅਰਲਾਈਨ ਦੀ ਜ਼ਿੰਮੇਵਾਰੀ ਇਹ ਹੋਵੇਗੀ ਕਿ ਕੋਈ ਵੀ ਯਾਤਰੀ ਜੇਕਰ ਪੋਜ਼ਿਟਿਵ ਹੋਇਆ ਤਾਂ 에ਅਰਲਾਈਨ ਤੇ ਉੱਤੇ ਹਰਜਾਨਾ ਜਿਹੜਾ ਹੈ 에ਅਰਲਾਈਨ ਨੂੰ ਉਹ ਭਰਨਾ ਪਵੇਗਾ। ਇਸ ਕਰਕੇ ਜੋ ਕਿ ਉਡਾਨ ਮੰਤਰੀ ਹਨ ਪੁਰੀ ਸਾਹਿਬ, ਉਹਨਾਂ ਨੇ ਜਿਹੜਾ ਹੈ 에ਅਰਲਾਈਨ ਨੂੰ ਬੜੀ ਹੀ ਸਖਤ ਤਾੜਨਾ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਦੋਨੇ ਪਾਸੇ ਹੀ ਦੋਨਾਂ 에ਅਰਪੋਰਟਾਂ ਤੇ ਹੀ ਜੋ ਹੈ ਉਹ PCR ਟੈਸਟ ਦੀ ਸਹੂਲਤ ਜਿਹੜੀ ਹੈ 100% ਜਿਹੜੀ ਹੈ ਸੁਵਿਧਾ ਇਹ ਹੋਣੀ ਚਾਹੀਦੀ ਹੈ, ਤਾਂ ਕਿ ਕਿਸੇ ਵੀ ਨਾਗਰਿਕ ਦਾ ਜੇਕਰ ਕਿਸੇ ਦਾ ਟੈਸਟ ਜਾਂ ਕੋਈ ਸ਼ੱਕ ਪੈਂਦਾ ਹੈ ਤਾਂ ਇੱਕਦਮ ਹੀ ਉਸ ਦਾ ਦੁਬਾਰਾ ਟੈਸਟ ਜਿਹੜਾ ਹੈ ਕੀਤਾ ਜਾ ਸਕੇ ਅਤੇ ਸਾਰਿਆਂ ਦਾ 14 ਦਿਨ ਦਾ ਕੁਆਰੰਟਾਈਨ ਜਿਹੜਾ ਹੈ ਜ਼ਰੂਰੀ ਕਰ ਦਿੱਤਾ ਗਿਆ ਹੈ ਜੀ। ਇੰਡੀਅਨ ਆਰਮੀ ਦਾ ਇੱਕ ਲੜਾਕੂ ਜਹਾਜ਼ MiG-21 ਦੇ ਜਿਹੜਾ ਹੈ ਕ੍ਰੈਸ਼ ਹੋਣ ਦੀ ਖਬਰ ਹੈ ਜੀ। ਆਮ ਕਰਕੇ ਪਹਿਲਾਂ ਵੀ ਜੋ ਹੈ ਇਹ ਜਿਹੜਾ ਹੈ ਇੰਡੀਆ ਦਾ ਜਹਾਜ਼ ਬਹੁਤ ਵਾਰ ਕ੍ਰੈਸ਼ ਹੋ ਚੁੱਕਾ ਹੈ ਪਹਿਲਾਂ ਵੀ, ਤੇ ਰਾਜਸਥਾਨ ਦੇ ਗੰਗਾਨਗਰ ਵਿੱਚ ਇਹ ਜਿਹੜਾ ਹੈ ਕ੍ਰੈਸ਼ ਹੋਇਆ ਹੈ। ਪਾਇਲਟ ਜਿਹੜਾ ਹੈ ਆਪਣੀ ਸੂਝ-ਬੂਝ ਨਾਲ ਆਪਣੀ ਜਾਨ ਬਚਾਉਣ ਵਿੱਚ ਕਾਮਯਾਬ ਹੋਇਆ ਹੈ ਜੀ ਅਤੇ ਕ੍ਰੈਸ਼ ਹੋਣ ਦੇ ਜੋ ਕਾਰਨਾਂ ਦਾ ਪਤਾ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਜੀ। ਅਮਰੀਕਾ ਟੈਕਸਾਸ ਵਿੱਚ ਜਿਹੜਾ ਹੈ ਕੁਝ ਲੋਕਾਂ ਵੱਲੋਂ ਚਰਚ ਤੇ ਹਮਲਾ ਕੀਤਾ ਗਿਆ ਹੈ ਅਤੇ ਗੋਲੀ ਮਾਰ ਕੇ ਉੱਥੋਂ ਦੇ ਪਾਦਰੀ ਨੂੰ ਮਾਰ ਦਿੱਤਾ ਗਿਆ ਹੈ ਅਤੇ 2 ਹੋਰ ਲੋਕ ਜ਼ਖਮੀ ਹੋ ਗਏ ਹਨ। ਪੁਲਿਸ ਮੌਕੇ ਤੇ ਪਹੁੰਚ ਗਈ ਹੈ ਪਰ ਦੋਸ਼ੀ ਭੱਜਣ 'ਚ ਕਾਮਯਾਬ ਹੋ ਗਏ ਹਨ ਤੇ ਪੁਲਿਸ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਜਾਰੀ ਕਰ ਦਿੱਤੀ ਹੈ ਜੀ। ਇਟਲੀ ਵਿੱਚ ਕਰੋਨਾ ਦੇ ਟੀਕੇ ਬੜੀ ਤੇਜ਼ੀ ਨਾਲ ਲੱਗ ਰਹੇ ਹਨ। 1.5 ਲੱਖ ਲੋਕਾਂ ਦੇ ਹੁਣ ਤੱਕ ਟੀਕੇ ਜਿਹੜਾ ਹੈ ਲੱਗ ਚੁੱਕਾ ਹੈ। ਇਟਲੀ ਵਿੱਚ ਦੂਸਰੇ ਫਾਸੇ ਦੇ ਵਿੱਚ ਜਿਹੜੀ ਹੈ ਵੈਕਸੀਨ ਉਹ ਵੀ ਪਹੁੰਚ ਰਹੀ ਹੈ, ਜਿਸ ਵਿੱਚ ਜਿਹੜਾ ਹੈ 4,70,000 ਟੀਕੇ ਜਿਹੜੇ ਹੈ ਉਹ ਕਰੋਨਾ ਵਾਇਰਸ ਦੇ ਇਟਲੀ ਵਿੱਚ ਜਲਦ ਹੀ ਪਹੁੰਚ ਜਾਣਗੇ। ਪਰ ਇੱਕ ਡਾਕਟਰ ਜੋ ਕਿ ਕਰੋਨਾ ਵਾਇਰਸ ਦਾ ਟੀਕਾ ਲਗਾਉਣ ਵਿੱਚ ਸਭ ਤੋਂ ਪਹਿਲਾਂ ਕਤਾਰ ਵਿੱਚ ਸੀ, ਉਸ ਦੀ ਫਿਰ ਤੋਂ ਕਰੋਨਾ ਵਾਇਰਸ ਦੀ ਰਿਪੋਰਟ ਜਿਹੜੀ ਹੈ ਉਹ ਜੀ ਪੋਜ਼ਿਟਿਵ ਆਈ ਹੈ ਜੀ। ਇੰਗਲੈਂਡ ਦੇ ਪ੍ਰੈਜ਼ੀਡੈਂਟ ਬੋਰਿਸ ਜੌਨਸਨ ਨੇ 26 ਜਨਵਰੀ ਨੂੰ ਇੰਡੀਆ ਦੀ ਗਣਤੰਤਰ ਦਿਵਸ ਦੀ ਪਰੇਡ ਵਿੱਚ ਜਿਹੜਾ ਹੈ ਮੁੱਖ ਮਹਿਮਾਨ ਵਜੋਂ ਆਉਣਾ ਸੀ,
ਜੋ ਕਿ ਉਹਨਾਂ ਨੇ ਰੱਦ ਕਰ ਦਿੱਤਾ ਹੈ। ਉਹਨਾਂ ਨੇ ਇੰਗਲੈਂਡ ਵਿੱਚ ਆਏ ਨਵੇਂ ਵਾਇਰਸ ਅਤੇ ਇੰਗਲੈਂਡ ਵਿੱਚ ਹੋਏ ਲੋਕਡਾਊਨ ਕਾਰਨ ਜਿਹੜਾ ਹੈ ਇੰਡੀਆ ਦਾ ਦੌਰਾ ਕੈਂਸਲ ਕਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਟਾਈਮ ਦੇਸ਼ ਸੰਕਟ ਵਿੱਚ ਹੈ ਅਤੇ ਉਹਨਾਂ ਦਾ ਇੰਗਲੈਂਡ ਵਿੱਚ ਹੀ ਰਹਿਣਾ ਜ਼ਰੂਰੀ ਹੈ ਤਾਂ ਕਿ ਹਾਲਾਤਾਂ ਤੇ ਉਹ ਆਪ ਨਜ਼ਰ ਰੱਖ ਸਕਣ। ਇਸ ਕਰਕੇ ਬੋਰਿਸ ਜੌਨਸਨ ਨੇ ਜਿਹੜਾ ਹੈ ਇੰਡੀਆ ਦਾ 26 ਜਨਵਰੀ ਦਾ ਦੌਰਾ ਜਿਹੜਾ ਹੈ ਸਮਾਪਤ ਕਰ ਦਿੱਤਾ ਹੈ ਜੀ। ਤੇ ਜ਼ਰੂਰੀ ਨੋਟਿਸਾਂ ਵਿੱਚ ਆਪਾਂ ਤੁਹਾਨੂੰ ਦੱਸ ਦਈਏ ਕਿ ਜਿਹੜਾ ਹੈ ਆਪਣੀ ਸਪੇਨ ਐਮਬੈਸੀ ਜਿਹੜੀ ਇੰਡੀਆ ਦੇ ਵਿੱਚ ਹੈ ਉਹ ਉੱਥੋਂ ਦੇ ਜਿਹੜਾ ਹੈ ਜਿਸ ਤਰ੍ਹਾਂ ਕਿ ਕੱਲ ਵੀ ਨਿਊਜ਼ ਦਿੱਤੀ ਸੀ ਕਿ ਉਹਨਾਂ ਨੇ ਜਿਹੜੀਆਂ 2020 ਦੀਆਂ ਫਾਈਲਾਂ ਲੈਣੀਆਂ ਬੰਦ ਕਰ ਦਿੱਤੀਆਂ ਹਨ। ਜਿਨ੍ਹਾਂ ਦੇ ਵੀਜ਼ੇ ਜਿਹੜੇ ਲੱਗੇ ਸੀਗੇ ਉਹ ਪਹਿਲਾਂ ਕਹਿੰਦੇ ਰੀਨਿਊਅਰ ਆਪਾਂ ਕਰ ਦਾਂਗੇ, ਪਰ ਜਿਹੜਾ ਹੈ ਹੁਣ ਵੀਜ਼ੇ ਐਕਸਟੈਂਡ ਕਰਨ ਤੋਂ ਉਹਨਾਂ ਨੇ ਮਨਾ ਕਰਤਾ ਤੇ ਉਹਨਾਂ ਨੇ ਕਿਹਾ ਹੈ ਕਿ ਆਪਣੀਆਂ ਸਪੇਨ ਤੋਂ ਦੁਬਾਰਾ ਫਾਈਲਾਂ ਜਿਹੜੀਆਂ ਹੈ ਆਪਣੇ ਘਰ ਪਾਸ ਕਰਾ ਕੇ, ਜਿੱਦਾਂ ਆਪਾਂ ਪਾਸ ਦੇ ਫੈਮਿਲੀਅਰ ਕਰਦੇ ਹਾਂ ਉਸ ਤਰ੍ਹਾਂ ਕਰਕੇ ਲਿਆਓ ਤੇ ਜਿਸ ਦੇ ਫਿਰ ਹੀ ਉਹ ਜਿਹੜਾ ਹੈ ਜਮ੍ਹਾਂ ਕਰਨਗੇ, ਜਿਹੜਾ ਕਿ ਬਹੁਤ ਹੀ ਕਠਿਨ ਕੰਮ ਹੈ ਜੀ। ਤੇ ਬਹੁਤ ਸਾਰਿਆਂ ਵੀਰਾਂ ਨੇ ਸਾਨੂੰ ਜਿਹੜਾ ਇੰਡੀਆ ਤੋਂ ਤੇ ਇੱਥੋਂ ਅਪਰੋਚ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਆਪਣੇ ਚੈਨਲ ਤੇ ਜ਼ਰੂਰ ਗੱਲ ਕਰੋ ਤੇ ਜਿੱਥੇ ਤੱਕ ਵੀ ਹੋ ਸਕਦਾ ਹੈ ਕੋਸ਼ਿਸ਼ ਕਰੋ ਕਿ ਇਹ ਮਸਲਾ ਹੱਲ ਹੋ ਸਕੇ। ਤੇ ਅਸੀਂ ਅੱਜ ਜੀ ਜਿਹੜੀਆਂ ਹੈ ਇੱਥੇ ਜਿਹੜਾ ਵਿਦੇਸ਼ ਮੰਤਰਾਲੇ ਜਿਹੜਾ ਸਪੇਨ ਦਾ ਹੈਗਾ ਉਹਨਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਜਿਹੜੀਆਂ ਹੈ ਈਮੇਲਾਂ ਭੇਜੀਆਂ ਤੇ ਇੰਡੀਆ ਜਿਹੜੀ ਹੈ ਇੰਡੀਆ ਦੇ ਵਿੱਚ ਨਵੀਂ ਦਿੱਲੀ ਹੈ ਜਿਹੜੀ ਉਹਦੇ ਵਿੱਚ ਵੀ ਜਿਹੜੀ ਸਪੇਨ ਐਮਬੈਸੀ ਹੈ ਉਸ ਤੋਂ ਵੀ ਜਵਾਬ ਮੰਗਿਆ ਹੈ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਰੋਬਰਟ ਮਾਸੀ ਜਿਹੜੇ ਸਾਡੇ ਪੋਲੀਟੀਕਲ ਲੀਡਰ ਹਨ ਇੱਥੇ ਪੰਜਾਬ ਦੇ, ਉਹਨਾਂ ਦੇ ਨਾਲ ਅਸੀਂ ਸੰਪਰਕ ਪੈਦਾ ਕਰ ਲਿਆ ਜੀ। ਉਹਨਾਂ ਦਾ ਅੱਜ ਉਹਨਾਂ ਨਾਲ ਗੱਲਬਾਤ ਹੋਈ ਹੈ। ਉਹਨਾਂ ਨੇ ਜਿਹੜਾ ਹੈ ਸਾਰਾ ਮਾਮਲਾ ਜਿਹੜਾ ਹੈ ਉਹ ਪੁੱਛਿਆ ਹੈ ਕਿ ਕੀ ਗੱਲਬਾਤ ਹੈ ਤੇ ਅਸੀਂ ਸਾਰਾ ਕੁਝ ਦੱਸਿਆ ਤੇ ਉਹਨਾਂ ਨੇ ਸਾਡੇ ਕੋਲ ਪੁੱਛਿਆ ਕਿੰਨੇ ਕੇਸ ਹਨ। ਜਿਸ ਤਰ੍ਹਾਂ ਕਿ ਤੁਸੀਂ ਭੈਣ ਭਰਾ ਨੇ ਦੱਸਿਆ 1600 ਦੇ ਕਰੀਬ ਜਿਹੜੀਆਂ ਫਾਈਲਾਂ ਹੈ ਉਹ ਪੈਂਡਿੰਗ ਪਈਆਂ ਹਨ ਤੇ ਉਹਨਾਂ ਨੇ ਕਿਹਾ ਜੇਕਰ ਇੰਨੀਆਂ ਫਾਈਲਾਂ ਹਨ ਤੇ ਉਹ ਜਿਹੜੀਆਂ ਹੈ ਸਾਰਾ ਕੁਝ ਲੈ ਕੇ ਜਿਹੜਾ ਹੈ ਗਵਰਨਰ ਨਾਲ ਗੱਲ ਕਰਨਗੇ। ਉਹਨਾਂ ਨੇ ਜਿਹੜਾ 6 ਤਰੀਕ ਅਰੇ ਦੇ ਸਪਾਨੀਆ ਛੁੱਟੀ ਹੈ ਜੀ 6 ਤਰੀਕ ਦੀ, 7 ਤਰੀਕ ਨੂੰ ਉਹਨਾਂ ਨੇ ਵਾਅਦਾ ਕੀਤਾ ਕਿ ਉਹ ਇੰਡੀਆ ਜਿਹੜੀ ਹੈ ਇੰਡੀਆ ਦੇ ਵਿੱਚ ਸਪੇਨ ਐਮਬੈਸੀ ਹੈ ਕੌਂਸਲਾ ਸਪੇਨ ਐਮਬੈਸੀ ਹੈ ਉਹਦੇ ਨਾਲ ਜਿਹੜੀ ਹੈ ਗੱਲਬਾਤ ਕਰਨਗੇ ਤੇ ਉਹਨਾਂ ਕੋਲ ਜਿਹੜਾ ਹੈ ਪੁੱਛਣਗੇ ਕਿ ਇਸ ਤਰ੍ਹਾਂ ਕਿਉਂ ਕੀਤਾ ਹੈ। ਅਤੇ ਤੁਹਾਨੂੰ ਦੱਸ ਦਈਏ ਮੇਨ ਗੱਲ ਜਿਹੜੀ ਹੈਗੀ ਆ ਉਸ ਜਿਹੜੀ ਮੰਗਲਵਾਰ ਨੂੰ ਵੀ ਸਾਡੀ ਇੱਕ ਹੋਰ ਜਿਹੜੀ ਹੈ ਇੱਕ ਪੋਲੀਟੀਕਲ ਲੀਡਰ ਦੇ ਨਾਲ ਆਪਾਂ ਸੰਪਰਕ ਪੈਦਾ ਕੀਤਾ ਕਿ ਮੰਗਲਵਾਰ ਨੂੰ ਉਹਨਾਂ ਨੇ ਟਾਈਮ ਦਿੱਤਾ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਅਸੀਂ ਆਪਣੀ ਈਮੇਲ ਇੱਕ ਇਸ਼ੂ ਕੀਤੀ ਹੈ। ਇਸ ਈਮੇਲ ਤੇ ਤੁਸੀਂ ਜਾ ਕੇ ਆਪਣਾ ਜੋ ਪਰਿਵਾਰ ਹਨ ਉਹਨਾਂ ਦਾ ਜਿਹੜਾ ਨਾਮ ਅਤੇ ਪਾਸਪੋਰਟ ਨੰਬਰ ਜਿਹੜਾ ਹੈ ਉਹ ਲਿਖਣਾ ਹੈ ਤੇ ਜਿਹੜਾ ਹੈ ਉਸ ਤੋਂ ਬਾਅਦ ਜਿਹੜਾ ਜਿਨ੍ਹਾਂ ਦੇ ਐਪਲੀਕੈਂਟ ਹਨ ਉਹਨਾਂ ਦਾ ਨਾਮ ਅਤੇ ਪਾਸਪੋਰਟ ਨੰਬਰ ਲਿਖਣਾ ਹੈ ਤੇ ਆਪਣਾ ਜਿਹੜਾ ਹੈ ਫੋਨ ਨੰਬਰ ਜਿਹੜਾ ਸਪੇਨ ਦਾ ਹੋਵੇ ਉਹ ਨਾਲ ਜਿਹੜਾ ਹੈ ਉਹ ਦੇ ਕੇ ਸਾਨੂੰ ਜਿਹੜੀ ਹੈ ਈਮੇਲ ਕਰੋ। ਜਿੰਨੀਆਂ ਜ਼ਿਆਦਾ ਤੁਹਾਡੀਆਂ ਈਮੇਲਾਂ ਹੋਣਗੀਆਂ ਓਨੀ ਹੀ ਜ਼ਿਆਦਾ ਆਪਾਂ ਅੱਗੇ ਜਿਹੜਾ ਹੈ ਠੋਸ ਤਰੀਕੇ ਨਾਲ ਜਿਹੜੀ ਹੈ ਗੱਲਬਾਤ ਰੱਖ ਸਕਾਂਗੇ। ਇੱਦਾਂ ਤੁਸੀਂ ਜਿੱਦਾਂ ਇੱਕ ਇੱਕ ਕਰਕੇ ਫੋਨ ਕਰਦੇ ਆ ਫਿਰ ਮੈਂ ਸਾਰਿਆਂ ਨਾਲ ਸੰਪਰਕ ਕਰਨਾ ਮੇਰਾ ਔਖਾ ਹੋ ਜਾਂਦਾ ਤੇ ਈਮੇਲ ਦੇ ਵਿੱਚ ਮੇਰੇ ਕੋਲ ਇੱਕੋ ਵਾਰ ਸਾਰਿਆਂ ਦੇ ਜਿਹੜੀਆਂ ਹੈ ਉਹ ਈਮੇਲ ਆ ਜਾਣਗੀਆਂ ਤੇ ਜਿਹੜਾ ਹੈ ਮੈਂ ਸਾਰਿਆਂ ਨਾਲ ਸੰਪਰਕ ਜਿਹੜਾ ਹੈ ਇੱਕੋ ਵਾਰ ਜਿਹੜਾ ਕਰ ਸਕਾਂਗਾ। ਤੇ ਈਮੇਲ ਹੈਗੀ ਹੈ ਜੀ visa emb221@gmail.com। ਇਹ ਜਿਹੜੀ ਈਮੇਲ ਤੇ ਜਾ ਕੇ ਵਿਜ਼ਿਟ ਕਰੋ ਅਤੇ ਤੁਸੀਂ ਜਿਹੜਾ ਹੈ ਜਿਹੜਾ ਆਪਣਾ ਐਪਲੀਕੈਂਟ ਦਾ ਨਾਮ ਅਤੇ ਆਪਣਾ ਟੈਲੀਫੋਨ ਨੰਬਰ ਜਿਹੜਾ ਹੈ ਦੇਣ ਦੀ ਕਿਰਪਾਲਤਾ ਕਰੋ ਤਾਂ ਕਿ ਅਸੀਂ ਤੁਹਾਡੇ ਨਾਲ ਜਿਹੜਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈ ਸੰਪਰਕ ਬਣਾਈਏ ਜੀ। ਤੇ ਜੇ ਅੱਗੇ ਕਰਦੇ ਆ ਤੁਹਾਡੇ ਸਵਾਲਾਂ ਦੇ ਜਵਾਬ ਤੇ ਅੱਜ ਮੇਨ ਜਿਹੜਾ ਹੈਗਾ ਉਹਨਾਂ ਦਾ ਹੀ ਆਪਾਂ ਕਮੈਂਟ ਪੜ੍ਹਦੇ ਕਿਉਂਕਿ ਕਮੈਂਟ ਅੱਜ ਬਹੁਤ ਜ਼ਿਆਦਾ ਵਾ ਜੀ। ਬਿੱਲਾ ਜੱਸੂ ਵੱਲੋਂ ਸਤਿ ਸ੍ਰੀ ਅਕਾਲ ਭਾਜੀ, ਮੈਂ ਮਲਕੀਤ ਸਿੰਘ ਆ ਤੇ ਇੰਡੀਆ ਬੈਠਾ ਹਾਂ ਜੀ। ਕੱਲ ਰੀਨਿਊ ਵੀਜ਼ਾ ਬਾਰੇ ਗੱਲ ਦੱਸੀ ਸੀ, ਤੁਹਾਡੇ ਕੋਲ ਹੋਰ ਵੀ ਫੈਮਲੀਆਂ ਦੇ ਕਮੈਂਟ ਆਏ ਹੋਣਗੇ ਭਾਜੀ, ਹੈਲਪ ਕਰਿਓ। ਹਾਂਜੀ ਜੀ ਭਾਜੀ, ਜਿਹੜੀ ਆਪਾਂ ਗੱਲ ਦੱਸੀ ਹੈ ਪਹਿਲਾਂ ਉਹ ਤੁਹਾਡੇ ਵਾਸਤੇ ਹੀ ਹੈ ਜੀ। ਅੱਗੇ ਜੀ ਆਪਾਂ ਪੜ੍ਹਦੇ ਹਾਂ ਜੀ। ਰਮਨ ਵਿਰਕ ਸੰਧੂ ਵੱਲੋਂ ਸਤਿ ਸ਼੍ਰੀ ਅਕਾਲ ਭਾਜੀ, ਸਪੇਨ ਦੀ ਨੈਸ਼ਨਲਿਟੀ ਹੋਵੇ ਤੇ ਫਿਰ ਉਹ ਵੀ 3 ਮੰਥ ਤੋਂ ਜ਼ਿਆਦਾ ਨਹੀਂ ਰਹਿ ਸਕਦੇ। ਨਹੀਂ ਜੀ, ਸਪੇਨ ਦੀ ਭਾਵੇਂ ਨੈਸ਼ਨਲਿਟੀ ਵੀ ਹੋਵੇ ਤਾਂ ਵੀ ਤੁਸੀਂ 3 ਮਹੀਨੇ ਤੋਂ ਜ਼ਿਆਦਾ ਸਪੇਨ ਤੋਂ ਆਊਟ ਆਫ ਸਪੇਨ ਨਹੀਂ ਰਹਿ ਸਕਦੇ। ਉਹ ਲਈ ਸਪੈਸ਼ਲ ਪਰਮਿਸ਼ਨਾਂ ਲੈਣੀਆਂ ਹੋਣਗੀਆਂ।
ਰਾਜਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ। ਆਈ ਐਮ ਦੇਸੀ 6 year old, ਮੈਂ ਡਰਾਈਵਿੰਗ ਲਾਇਸੈਂਸ ਕਰਨਾ ਭਾਜੀ, ਕੋਈ ਸਕੂਲ ਦੱਸਿਓ ਪਲੀਜ਼। ਦੇਸੀ 16 ਸਾਲ ਦੇ ਆ ਜੀ ਤੁਸੀਂ ਸਿਰਫ ਭਾਜੀ ਥਿਊਰੀ ਕਰ ਸਕਦੇ ਹੋ, ਜਿਹੜਾ ਪ੍ਰੈਕਟੀਕਲ ਹੈ ਤੁਸੀਂ 18 ਸਾਲ ਤੋਂ ਬਾਅਦ ਕਰ ਸਕਦੇ ਹੋ। ਜੇਕਰ ਤੁਸੀਂ ਮੋਟੋ ਦਾ ਸਿਗਲੋ ਮੋਟਰ ਦਾ ਕਰਨਾ ਹੋਵੇ ਤੇ ਤੁਸੀਂ ਐ ਕਰ ਸਕਦੇ ਹੋ। ਇੱਕ ਹੋਰ ਗੱਲ ਹੈ, ਤੁਸੀਂ B ਲਾਇਸੈਂਸ ਦੀ ਥਿਊਰੀ ਕਰਕੇ ਸਿਗਲੋ ਮੋਟਰ ਜਿਹੜਾ ਹੈਗਾ ਉਹਦਾ ਪ੍ਰੈਕਟੀਕਲ ਕਰ ਸਕਦੇ ਹੋ, ਜਿਹਦੇ ਨਾਲ ਤੁਸੀਂ ਬਾਰਸਲੋਨਾ ਵਿੱਚ ਜਾਂ ਮੋਟੋ ਜਿਹੜੀ ਆ ਉਹ ਚਲਾ ਸਕਦੇ ਹੋ 50 cc। ਪਰ ਜਿਹੜੀ ਕਾਰ ਹੈ ਤੁਸੀਂ 18 ਸਾਲ ਤੋਂ ਬਾਅਦ ਹੀ ਭਾਜੀ ਚਲਾ ਸਕਦੇ ਹੋ। ਤੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਕਰਨਾ ਤੁਸੀਂ ਸਕੂਲ ਦੱਸਿਓ, ਸਕੂਲ ਸਾਰੇ ਚੋਰ ਹੀ ਹੈ ਜੀ। ਸੁਖਵਿੰਦਰ ਸਿੰਘ ਤੇ ਇਹਨਾਂ ਨੇ ਤੇ ਹੋਰ ਵੀ ਬਹੁਤ ਸਾਰਿਆਂ ਨੇ, ਗੁਰਪ੍ਰੀਤ ਸੁਰਜੀਤ ਸਿੰਘ, ਇਹਨਾਂ ਸਾਰਿਆਂ ਨੇ ਜਿਹੜਾ ਹੈ ਜੁਗ ਠਾਕੁਰ, ਇਹਨਾਂ ਸਾਰਿਆਂ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਜੀ। ਤੇ ਸਿੰਘ ਸਰਦਾਰ ਗੋਇਲ ਨੂੰ ਸਤਿ ਸ੍ਰੀ ਅਕਾਲ। ਤੇ ਅੱਗੇ ਜੀ ਬਿੱਲਾ ਜੱਸੂ ਵੱਲੋਂ ਜੀ ਕਮੈਂਟ ਹੈ ਜੀ, ਥੈਂਕ ਯੂ ਭਾਜੀ ਬਹੁਤ ਬਹੁਤ ਆਪਦਾ, ਤੁਸੀਂ ਕਮੈਂਟ ਦਾ ਜਵਾਬ ਦਿੱਤਾ ਤੇ ਥੈਂਕ ਯੂ ਜੀ ਤੁਹਾਡਾ ਵੀ ਬਹੁਤ ਬਹੁਤ। ਤੇ ਅਮਨਦੀਪ ਸਿੰਘ ਕਾਲੋ ਵੱਲੋਂ ਗੁੱਡ ਜੋਬ ਬ੍ਰਦਰ, ਥੈਂਕ ਭਾਜੀ, ਇਨਫੋਰਮੇਸ਼ਨ ਫਰੋਮ ਕਨਾਰੀਆ, ਠੀਕ ਹੈ ਜੀ ਬਹੁਤ ਮਿਹਰਬਾਨੀ ਜੀ। ਸਿੰਘ ਗੁਰਮੀਤ ਵੱਲੋਂ ਜੀ ਭਾਜੀ ਸਤਿ ਸ੍ਰੀ ਅਕਾਲ ਜੀ। ਭਾਜੀ ਡੋਨਰ ਵੀ ਬੰਦ ਹੋਣੇ ਆ ਭਾਜੀ, ਜਿਹੜਾ ਪਾਰਾ ਜਵਾਰ ਹੈ ਨਾ ਉਹ ਖੁੱਲਾ ਰਹੇਗਾ, ਬਾਕੀ ਜਿਹੜਾ ਹੈਗਾ ਸਾਰਾ ਕੁਝ ਆਫ ਕਰ ਦਿੱਤਾ ਜਾਏਗਾ, ਪਾਰਾ ਜਵਾਰ ਚੱਲੇਗਾ। ABC BSA ਬਸਾ ਵੱਲੋਂ ਜੀ ਪੇਪਰ ਵਰਕ ਚੱਲੂਗਾ ਭਾਜੀ ਲੋਕਡਾਊਨ ਵਿੱਚ, ਨਿਊ ਪੇਪਰ ਵਾਲਾ ਕੰਮਕਾਰ। ਬਿਲਕੁਲ ਜੀ, ਜਿਹੜਾ ਪੇਪਰ ਵਾਲਾ ਅੰਦਰ ਖਾਤੇ ਜਿਹੜਾ ਹੈਗਾ ਉਹ ਕੰਮ ਜਿਹੜੇ ਹੈ ਚੱਲਦੇ ਰਹਿਣਗੇ, ਪਰ ਉਹਨਾਂ ਦੀ ਸਪੀਡ ਜਿਹੜੀ ਪਹਿਲਾਂ ਵੀ ਹੌਲੀ ਹੈ ਤੇ ਹੁਣ ਵੀ ਹੋਰ ਹੌਲੀ 10 ਦਿਨ ਵਿੱਚ ਹੋਏਗੀ ਜੀ। ਤੇ ਅੱਗੇ ਆਪਾਂ ਕਰੀਏ ਜੀ ਗੁਰਪ੍ਰੀਤ ਸਿੰਘ ਵੱਲ ਜੀ, ਥੈਂਕ ਯੂ ਭਾਜੀ, ਪਾਸਵਰਡ ਦੀ ਇਹ ਟਰੈਵਲ ਵੈਲਿਡਿਟੀ ਦੱਸਣ ਲਈ ਬਹੁਤ ਵਧੀਆ ਕਰ ਰਹੇ ਹੋ ਭਾਜੀ, ਬਹੁਤ ਹੀ ਹੈਲਪ ਮਿਲ ਜਾਂਦੀ ਹੈ ਤੁਹਾਡੇ ਐਡਵਾਈਸ ਦੀ। ਥੈਂਕ ਯੂ ਭਾਜੀ, ਥੈਂਕ ਯੂ ਜੀ, ਤੁਹਾਡਾ ਵੀ ਬਹੁਤ ਮਿਹਰਬਾਨੀ। ਤੇ ਅੱਗੇ ਜੀ ਸਿੰਘ ਹੈਰੀ ਵੱਲੋਂ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਭਾਜੀ, ਮੈਂ 11 ਦਸੰਬਰ ਨੂੰ ਅਰਾਈਗੋ ਅਪਲਾਈ ਕੀਤੀ ਸੀ ਪਰ ਇੰਟਰਵਿਊ ਦਾ ਫੋਨ ਨਹੀਂ ਆਇਆ, ਕੁਝ ਸਲਾਹ ਦੇ ਦਿਓ। ਦੇਖੋ ਜੀ, ਜਿੱਥੇ ਤੁਸੀਂ ਅਰਾਈਗੋ ਅਪਲਾਈ ਕੀਤੀ ਉੱਥੇ ਜਾ ਕੇ ਉਹਨਾਂ ਨਾਲ ਗੱਲਬਾਤ ਕਰੋ। ਦਸੰਬਰ ਤੁਸੀਂ 11 ਦਸੰਬਰ ਨੂੰ ਕਿਹਾ, 11 ਦਸੰਬਰ ਦੇ ਹਿਸਾਬ ਨਾਲ ਛੁੱਟੀਆਂ ਵੀ ਜਿਹੜੀਆਂ ਹੈ ਵਿੱਚ ਸੀਗੀਆਂ ਤੇ ਮੇਰਾ ਖਿਆਲ ਕਿ 10 ਤਰੀਕ ਤੱਕ ਤਾਂ ਤੁਹਾਨੂੰ ਵੇਟ ਵੈਸੇ ਹੀ ਕਰਨਾ ਚਾਹੀਦਾ, ਕਿਉਂਕਿ ਛੁੱਟੀਆਂ ਜਿਹੜੀਆਂ ਚੱਲਣ ਦੀਆਂ, ਹਜੇ ਤੱਕ ਕੁਝ ਨਹੀਂ ਖੁੱਲ੍ਹਾ। ਤੇ 10 ਤਰੀਕ ਤੱਕ ਤਾਂ ਉੱਦਾਂ ਹੀ ਛੁੱਟੀਆਂ ਦੂਸਰੇ ਪਾਸੇ ਵੀ ਹੈਗੀਆਂ। ਤੁਸੀਂ ਇਹ ਵੇਟ ਕਰੋ, ਜਿੱਦਣ ਖੁੱਲਦਾ ਉਦੋਂ ਜਾ ਕੇ, ਜਦੋਂ ਤੁਸੀਂ ਜਾਓਗੇ ਉਹਨਾਂ ਨੇ ਇਹੀ ਕਹਿਣਾ ਛੁੱਟੀਆਂ ਕਰਕੇ ਜਿਹੜਾ ਹੈਗਾ ਸਾਰੀ ਕਾਰਵਾਈ ਬੰਦ ਸੀ। ਪਰ ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਜੇਕਰ ਮੜ ਜਾ ਇਹਨਾਂ ਨੂੰ ਹਲੂਣਾ ਦੇਣਾ ਪੈਂਦਾ, ਥੋੜ੍ਹਾ ਜਿਹਾ ਜਾ ਕੇ ਮੜ ਜਾ ਹਲਾਇਆ ਉਹਨਾਂ ਨੂੰ, ਨੀਂਦ ਤੋਂ ਜਗਾਇਆ ਹੋ ਤੇ ਤੁਹਾਡਾ ਕੰਮ ਫਿਰ ਉਹ ਕਰ ਦੋਗੇ ਜੀ। ਸਿੰਘ ਸਾਹਿਬ ਵੱਲੋਂ ਜੀ ਸਤਿ ਸ੍ਰੀ ਅਕਾਲ ਭਾਜੀ, ਮੈਂ 16 ਨਵੰਬਰ ਦੇ ਪੇਪਰ ਜਮ੍ਹਾਂ ਕਰਾਏ ਹੋਏ ਨੇ, ਅਜੇ ਤੱਕ ਤਾਸਾ ਨਹੀਂ ਹੈ। 16 ਨਵੰਬਰ ਤੋਂ ਲੈ ਕੇ ਤੇ ਤੁਹਾਨੂੰ ਦਸੀਏ 25-26 ਦੀ ਛੁੱਟੀ ਸੀਗੀ ਉਹਦੇ ਵਿੱਚ, ਤੇ ਉਸ ਤੋਂ ਬਾਅਦ 1 ਤਰੀਕ ਦੀਆਂ ਫੇਰ ਛੁੱਟੀਆਂ ਚੱਲਣ ਦੀਆਂ। ਤੁਸੀਂ ਵੀ 11 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਤਾਸੇ ਦੀ ਉਮੀਦ ਰੱਖੋ ਜੀ, ਤੁਹਾਨੂੰ ਆ ਜਾਏਗਾ ਜੀ। ਸਰਬ ਵਰਮਾ ਵੱਲੋਂ ਬਹੁਤ ਵੱਡਾ ਕਮੈਂਟ ਹੈ ਜੀ, ਹੈਲੋ ਭਾਜੀ ਸਤਿ ਸ੍ਰੀ ਅਕਾਲ ਜੀ ਭਾਜੀ, ਫਾਈਨਲੀ ਜਿਹੜਾ ਹੈ ਫੈਮਿਲੀ ਦਾ ਜਿਹੜਾ ਵੀਜ਼ਾ ਐਕਸਪਾਇਰ ਹੋਇਆ ਹੈ ਕੋਵਿਡ ਦਾ, ਦੇਸੀ ਨੋਵੇ ਦਾ, ਇਸ ਕਰਕੇ ਉਹਨਾਂ ਲਈ ਜਿਹੜਾ ਇਹਨਾਂ ਨੇ ਤਕਰੀਬਨ ਉਹੀ ਦੱਸਿਆ ਕਿ ਰੂਲ ਜਿਹੜਾ ਚੇਂਜ ਹੋ ਗਿਆ, ਜਿਹੜਾ ਨੋਟਿਸ ਕੋਈ ਨਹੀਂ ਦੱਸਿਆ। ਤੇ ਬਾਹਰ ਜਿਹੜੇ ਇਹਨਾਂ ਨੇ ਦੱਸਿਆ ਕਿ ਉਹ ਜਿਹੜੇ ਮਾਫੀਆ ਬੈਠੇ ਆ ਜਿਹੜੇ ਕਿੰਨਾ ਪੈਸਾ ਲੈਂਦੇ ਆ, ਤੇ ਇਹਨਾਂ ਨੇ ਕਿਹਾ ਤੁਸੀਂ ਜਿਹੜਾ ਸੰਪਰਕ ਪੈਦਾ ਕਰੋ ਰੋਬਰਟ ਮਸੀਹ ਹੁਣਾਂ ਨਾਲ, ਤੇ ਜਿਹੜਾ ਹੈ ਸਾਰਿਆਂ ਦੀ ਹੈਲਪ ਕਰੋ। ਤੇ ਇਹ ਭਾਜੀ ਹੁਣਾਂ ਨੇ, ਸਰਬ ਵਰਮਾ ਹੁਣਾਂ ਨੇ ਜਿਹੜਾ ਸਾਨੂੰ ਦੱਸਿਆ। ਤੇ ਭਾਜੀ ਅਸੀਂ ਪਹਿਲਾਂ ਹੀ ਆਪਾਂ ਪਿਛਲੇ ਜਿਹੜਾ ਹੈਗਾ ਇਹਦੇ ਵਿੱਚ ਦੱਸ ਚੁੱਕੇ ਹਾਂ ਸਾਰਾ, ਜੋ ਆਪਾਂ ਜਿਹੜੀ ਹੈ ਕਾਰਵਾਈ ਜਿਹੜੀ ਹੈ ਸ਼ੁਰੂ ਕਰਤੀ ਹੈ। ਪਰਮਾਤਮਾ ਕਰੇ ਕਿ ਸਾਡੀ ਕਾਰਵਾਈ ਨੂੰ ਫਲ ਲੱਗੇ ਤੇ ਸਾਰਿਆਂ ਦੇ ਜਿਹੜਾ ਹੈ ਵੀਜ਼ਾ ਦੁਬਾਰਾ ਤੋਂ ਜਿਹੜਾ ਪ੍ਰੋਸੈਸ ਚੱਲੇ ਜੀ। ਸੁਖਵਿੰਦਰ ਸਿੰਘ ਵੱਲੋਂ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਹੈ ਭਾਜੀ, ਅਸੀਂ 17 ਜਨਵਰੀ ਨੂੰ ਇੰਡੀਆ ਜਾਣਾ ਹੈ, ਐਮਰੇਟਸ 에ਅਰਲਾਈਨ ਤੇ ਕੋਈ ਪ੍ਰੋਬਲਮ ਤਾਂ ਨਹੀਂ ਆਵੇਗੀ, ਪਰ ਆਪਣਾ ਕੋਵਿਡ ਟੈਸਟ ਜ਼ਰੂਰ ਕਰਾ ਕੇ ਜਾਇਓ ਤੇ ਕੋਈ ਪ੍ਰੋਬਲਮ ਨਹੀਂ ਆਏਗੀ। ਅਸੀਂ ਜਿਹੜਾ ਕੱਲ ਦੱਸਿਆ 85 ਯੂਰੋ ਵਾਲਾ ਜਿਹੜਾ ਟੈਸਟ ਹੈ, 85 ਯੂਰੋ ਜਿਹੜਾ ਹੁੰਦਾ ਉਹ ਟੈਸਟ ਹੁੰਦਾ। ਹੁਣ ਸਾਨੂੰ ਹੋਰ ਪਤਾ ਲੱਗਾ ਕਿ 65 ਯੂਰੋ ਵਾਲਾ ਵੀ ਹੈਗਾ ਟੈਸਟ, ਜਿਹੜਾ 65 ਯੂਰੋ ਹੀ ਲੈਂਦੇ ਆ ਸਿਰਫ, ਪਰ ਉਹਦਾ ਅਸੀਂ ਪਤਾ ਕਰਨ ਦੇ, ਪਰ ਸਾਡਾ ਸੰਪਰਕ ਪੈਦਾ ਨਹੀਂ ਹੋਇਆ ਉਹਨਾਂ ਨਾਲ। ਜਿੱਦਾਂ ਸਾਡਾ ਸੰਪਰਕ ਪੈਦਾ ਹੋਏਗਾ ਤਾਂ ਅਸੀਂ 65 ਯੂਰੋ ਵਾਲਾ ਤੁਹਾਨੂੰ ਦੱਸਾਂਗੇ, ਜਿਹੜਾ ਬਾਰਸਲੋਨਾ ਦੇ ਵਿੱਚ ਜਿਹੜਾ ਹੈ ਇੰਟਰਨੈਸ਼ਨਲ, ਉਹ ਸਿਰਫ 65 ਯੂਰੋ ਦੇ ਵਿੱਚ ਹੀ ਤੁਸੀਂ ਜਿਹੜਾ ਹੈ ਟੈਸਟ ਕਰਾ ਸਕਦੇ ਹੋ। ਕਿੱਥੇ 120 ਫਿਰ 85 ਤੇ ਹੁਣ 65 ਵਾਲਾ ਵੀ ਸਾਨੂੰ ਥੋੜ੍ਹਾ ਜਿਹਾ ਖਬਰ ਆਈ ਹੈ ਤੇ ਆਪਾਂ ਜ਼ਰੂਰ ਪਤਾ ਕਰਕੇ ਤੁਹਾਨੂੰ ਦੱਸਾਂਗੇ। ਅਮਰਤਪਾਲ ਸਿੰਘ ਵੱਲੋਂ ਜੀ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਹੈ ਭਾਜੀ, ਰੈਸਟੋਰੈਂਟ ਵੀ ਬੰਦ ਹੋ ਗਏ 7 ਤਰੀਕ ਨੂੰ, ਯਾਨੀ ਦੇਖੋ ਜੀ ਰੈਸਟੋਰੈਂਟ ਜਿਹੜੇ ਆ ਤੁਹਾਨੂੰ ਦੱਸਿਆ ਕਿ ਜਿਹੜੇ
400 ਮੀਟਰ ਤੋਂ ਜ਼ਿਆਦਾ ਚੀਜ਼ ਹੈ ਉਹ ਬੰਦ ਹੋਏਗੀ। ਤੇ ਜੇਕਰ ਉਹਨਾਂ ਨੇ ਇਹ ਕਹਿਤਾ ਕਿ ਰੈਸਟੋਰੈਂਟ ਜਿਹੜੇ ਉਹ ਬੰਦ ਹੈ ਤੇ ਫਿਰ ਪਾਰਾ ਜਵਾਰ ਹੀ ਚੱਲੇਗਾ, ਤੇ 400 ਮੀਟਰ ਤੋਂ ਜ਼ਿਆਦਾ ਹੈ ਤਾਂ ਫਿਰ ਬੰਦ ਹੋਣਗੇ, ਨਹੀਂ ਤਾਂ ਰੈਸਟੋਰੈਂਟ ਦਾ ਟਾਈਮ ਟੇਬਲ ਉਹੀ ਰਹੇਗਾ। ਮੇਰਾ ਖਿਆਲ ਕਿ ਬਾਰ ਰੈਸਟੋਰੈਂਟ ਇਹਨਾਂ ਨੇ ਪੂਰੀ ਤਰ੍ਹਾਂ ਬੰਦ ਕਰ ਦੇਣੀ ਹੈ, ਪਰ ਹਜੇ ਤੱਕ ਸਪੇਰਾ ਕਿ ਨੋਇਬਾ ਨੋਟਿਸਾ। ਪਰਮਜੀਤ ਕੌਰ ਆਦਿ ਵੱਲੋਂ ਸਤਿ ਸ੍ਰੀ ਅਕਾਲ, ਅਤੇ ਜਗਦੀਸ਼ ਵੱਲੋਂ ਜੀ ਸਤਿ ਸ੍ਰੀ ਅਕਾਲ। ਫੈਮਿਲੀ ਦੀ ਫਾਈਲ ਨੇ ਕਿਹਾ ਦਸੰਬਰ 8 ਨੂੰ ਜਮ੍ਹਾਂ ਹੋਈ ਸੀ, ਠੀਕ ਹੈ ਜੀ। ਤੇ ਹਰਮੀਤ ਕੌਰ ਹੁਣਾਂ ਨੇ ਕਿਹਾ ਕਿ ਸਤਿ ਸ੍ਰੀ ਅਕਾਲ ਭਾਜੀ, ਸਗੋਰੀ ਦਾ ਸੀਤਾ ਨਹੀਂ ਮਿਲ ਰਿਹਾ ਜਰੋਨਾ ਸਾਈਡ ਦਾ, ਦੱਸਿਓ ਕੀ ਹੱਲ ਹੋ ਸਕਦਾ, ਅਸੀਂ ਡੋਮਿਸੀਲੀਓ ਚੇਂਜ ਕਰਨਾ ਹੈ, ਦੱਸਣਾ ਪਲੀਜ਼। ਤੇ ਡੋਮਿਸੀਲੀਓ ਚੇਂਜ ਕਰਨਾ ਹੈ ਤਾਂ ਸਗੋਰੀ ਦਾ ਸੀਤਾ ਲੈਣਾ ਤੁਸੀਂ, ਪਤਾ ਨਹੀਂ ਇਹ ਕਿਉਂ ਲੈਣਾ ਤੁਸੀਂ ਸਗੋਰੀ ਦਾ ਸੀਤਾ। ਡੋਮਿਸੀਲੀਓ ਤੋਂ ਲੈਣ ਨੂੰ ਤਾਂ ਸਗੋਰੀ ਦਾ ਸੀਤਾ ਨਹੀਂ ਚਾਹੀਦਾ, ਪਰ ਫਿਰ ਵੀ ਤੁਹਾਨੂੰ ਹੋਰ ਕੋਈ ਹੋ ਸਕਦੀ, ਆਪਾਂ ਵੀ ਕੋਸ਼ਿਸ਼ ਕਰਦੇ ਹਾਂ। ਪਰ ਤੁਹਾਨੂੰ ਦੱਸ ਦਈਏ ਕਿ ਇੱਕ ਸੀਤਾ ਜਿਹੜਾ ਦੋ ਤਰ੍ਹਾਂ ਦਾ, ਇੱਕ ਟੈਲੀਫੋਨਿਕਾ ਸੀਤਾ ਨਿਕਲਦਾ, ਟੈਲੀਫੋਨਿਕਾ ਦੇ ਉੱਤੇ ਜਿਹੜਾ ਸੀਤਾ ਨਿਕਲਦਾ ਉਹਦੇ ਉੱਤੇ ਉਹ ਜਿਹੜਾ ਹੈਗਾ ਤੁਹਾਨੂੰ ਸੀਤੇ ਦਾ ਟਾਈਮ ਟੂਮ ਦੇ ਦਿੰਦੇ, ਉਸ ਟਾਈਮ ਉਹ ਫੋਨ ਕਰਦੇ ਆ ਤੇ ਉਹ ਫੋਨ ਕਰਕੇ ਤੁਹਾਡੇ ਕੋਲ ਸਾਰਾ ਕੁਝ ਪਤਾ ਕਰਦੇ ਵੀ ਕੀ ਤੁਹਾਡੀ ਪ੍ਰੋਬਲਮ ਹੈ। ਜੇ ਪ੍ਰੋਬਲਮ ਕੋਈ ਇੱਦਾਂ ਦੀ ਹੋਵੇ ਛੋਟੀ ਮੋਟੀ ਤੇ ਉੱਥੇ ਬੈਠੇ ਹੀ ਤੁਹਾਡੀ ਹੱਲ ਕਰ ਦਿੰਦੇ, ਨਹੀਂ ਤਾਂ ਤੁਹਾਨੂੰ ਜਿਹੜਾ ਉਹ ਸੀਤਾ ਦੇ ਕੇ ਉੱਥੇ ਬੁਲਾਉਂਦੇ ਆ। ਟੈਲੀਫੋਨਿਕਾ ਦਾ ਸੀਤਾ ਨੂੰ ਜਿਹੜਾ ਹੈ ਉਧਰ ਜਰਾ ਉਹ ਸਾਈਡ ਵੱਲ ਜਾਇਓ, ਦੇਖੋ ਕਿ ਤੁਹਾਨੂੰ ਮਿਲਦਾ ਕਿ ਨਹੀਂ ਮਿਲਦਾ। ਕਮਲਜੀਤ ਸਿੰਘ ਵੱਲੋਂ ਜੀ ਅਗਰ ਇੰਡੀਆ ਜਾਣਾ ਹੋਵੇ ਤਾਂ ਕੋਈ ਪ੍ਰੋਬਲਮ ਤਾਂ ਨਹੀਂ, 11 ਜਨਵਰੀ ਨੂੰ ਫਲੈਟ ਹੈ ਜੀ, ਫਿਰ ਨਹੀਂ ਜੀ ਕੋਈ ਪ੍ਰੋਬਲਮ ਨਹੀਂ ਜੀ। ਸੁੱਖੀ ਬੈਂਸ ਵੱਲੋਂ ਜੀ ਭਾਜੀ ਸਤਿ ਸ਼੍ਰੀ ਅਕਾਲ, ਸਪੇਨ ਦੀ ਨੈਸ਼ਨਲਿਟੀ ਵਾਲੇ ਯੂਕੇ ਆ ਜਾ ਸਕਦੇ ਆ? ਹਾਂਜੀ ਜੀ ਆ ਜਾ ਸਕਦੇ, 3 ਮਹੀਨੇ ਉਹਨਾਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ, ਪਰ 3 ਮਹੀਨੇ ਤੋਂ ਜ਼ਿਆਦਾ ਨਹੀਂ। ਬਿੱਲਾ ਜੱਸੋ ਜੀ ਸਤਿ ਸ੍ਰੀ ਅਕਾਲ ਭਾਜੀ, ਅੰਬੈਸੀ ਨੇ ਇੰਡੀਆ ਭਾਜੀ ਅੱਜ ਫਿਰ ਵੀਜ਼ਾ ਰੀਨਿਊ ਤੋਂ ਨਾ ਕਰ ਦਿੱਤੀ ਹੈ, ਤੁਸੀਂ ਪਲੀਜ਼ ਸਾਰਿਆਂ ਨੂੰ ਜਿਹੜਾ ਸਾਰਿਆਂ ਦਾ ਸਾਥ ਲੈ ਕੇ ਹੈਲਪ ਕਰਨੀ ਹੈ ਜੀ, ਜੋ ਸਭ ਲੋਕਾਂ ਦੀ ਟੈਨਸ਼ਨ ਦੂਰ ਹੋਵੇ। ਹਾਂਜੀ ਭਾਜੀ ਸਾਰਿਆਂ ਦਾ ਸਾਥ ਹੀ ਹੈ। ਜਿਹੜੀ ਆਪਾਂ ਈਮੇਲ ਜਿਹੜੀ ਇਸ਼ੂ ਕੀਤੀ ਹੈ ਤੁਹਾਨੂੰ ਦੱਸ ਦਈਏ, ਉਹ ਈਮੇਲ ਤੇ ਜੇਕਰ ਤੁਸੀਂ ਸਾਨੂੰ ਸਾਰੇ ਜਾਣੇ ਆਪਣੀ ਈਮੇਲ ਆਪਣਾ ਜਿਹੜਾ ਹੈ ਕੈਂਡੀਡੇਟ ਦਾ ਨਾਮ ਵਗੈਰਾ ਉਹਨਾਂ ਪਾਸਵਰਡ ਨੰਬਰ ਤੇ ਆਪਣਾ ਫੋਨ ਨੰਬਰ ਦਵੋਗੇ, ਫਿਰ ਜਾ ਕੇ ਅਸੀਂ ਜਿਹੜਾ ਹੈਗਾ ਉਹ ਜਿਹੜਾ ਡਾਟਾ ਇਕੱਠਾ ਕਰਕੇ ਦੱਸਾਂਗੇ ਵੀ ਆਹ ਦੇਖੋ ਇੰਨੇ ਲੋਕ ਹੈ। ਜੇ ਉਹ ਮੇਰੇ ਕੋਲ ਹੋਈ 10-15 ਜਾਣਿਆਂ ਦੀ ਤੇ ਮੈਂ ਕੀ ਕਰ ਸਕਦਾ, ਇਸ ਕਰਕੇ ਵੱਧ ਤੋਂ ਵੱਧ ਲੋਕਾਂ ਦੀ ਹੋਣੀ ਚਾਹੀਦੀ ਹੈ ਤਾਂ ਕਿ ਮੈਂ ਜਾ ਕੇ ਅੱਗੇ ਉਹਨਾਂ ਨੂੰ ਰੋਬਰਟ ਮਸੀਹ ਉਹਨਾਂ ਨੂੰ ਦੱਸਾਂ ਕਿ ਆਹ ਦੇਖੋ ਜੀ ਸਾਡੇ ਕੋਲ ਸਾਰੇ ਹੈ, ਤੇ ਉਹ ਜਿਹੜਾ ਹੈ ਅੱਗੇ ਜਾ ਕੇ ਗੱਲ ਕਰਨ। ਤੇ ਨਹੀਂ ਤਾਂ 10-15 ਜਾਣੇ ਜੇਕਰ ਕਰਨਗੇ ਤੇ ਉਹਨਾਂ ਦਾ ਕੋਈ ਵੀ ਹੱਲ ਨਹੀਂ ਹੋਣ ਵਾਲਾ। ਇਸ ਕਰਕੇ ਸਾਰੇ ਤੁਸੀਂ ਇਕੱਠੇ ਹੋਵੋ, ਅਸੀਂ ਜਿਹੜਾ ਅੱਗੇ ਲਾ ਕੇ ਜਿਹੜਾ ਕੰਮ ਤੁਹਾਡਾ ਕਰਾ ਦਿੰਦੇ ਹਾਂ ਜੀ। ਤੇ ਅੱਗੇ ਜੀ ਗੁਰਨਾਮ ਸਿੰਘ ਹੁਣਾਂ ਜੀ ਸਤਿ ਸ੍ਰੀ ਅਕਾਲ, ਮੇਰੇ ਕੋਲ ਪਹਿਲੀ 2 ਸਾਲ ਦੇ ਪੇਪਰ, ਹੁਣ ਮੈਂ ਕੈਨੇਡਾ ਜਾਣਾ ਚਾਹੁੰਦਾ ਹਾਂ ਪੱਕੇ ਤੌਰ ਤੇ, ਕੀ ਪ੍ਰੋਸੈਸ ਹੈ ਸਰ ਕੈਨੇਡਾ ਜਾਣ ਦਾ? ਕੀ ਮੈਂ 2 ਸਾਲ ਦੇ ਪੇਪਰ ਤੇ ਕੈਨੇਡਾ ਪੱਕੇ ਤੌਰ ਤੇ ਜਾ ਸਕਦਾ? ਦੇਖੋ ਜੀ ਉੱਦਾਂ ਵੈਸੇ ਤੁਹਾਨੂੰ ਦੱਸ ਦਈਏ 2 ਸਾਲ ਦੇ ਜਿਹੜੇ ਤੁਹਾਡੇ ਕੋਲ ਪੇਪਰ ਹੈ ਉਹ ਅੰਬੈਸੀ 'ਤੇ ਡਿਪੈਂਡ ਕਰਦਾ ਕਿ ਤੁਹਾਨੂੰ ਉਹਨਾਂ ਨੇ ਮੰਗਾਉਣਾ ਕਿ ਨਹੀਂ ਮੰਗਾਉਣਾ। 5 ਸਾਲ ਦਾ ਤਕਰੀਬਨ ਜ਼ਿਆਦਾ ਚਾਂਸ ਹੋ ਜਾਂਦੇ, ਭਾਰਤ ਕੋਈ ਨਹੀਂ 2 ਸਾਲ ਦੇ ਵੀ ਬਹੁਤੇ ਲੋਕ ਗਏ ਆ। ਇਹਦੇ ਵਿੱਚ ਤੁਹਾਨੂੰ LMO ਜਿਹਨੂੰ ਕਹਿੰਦੇ ਆ, ਉਹ ਜਿਹੜੀ ਕੈਨੇਡਾ ਦੇ ਵਿੱਚ ਜਿਹਦੇ ਵਿੱਚ ਆਪਾਂ ਅਫੇਰਤਾ ਤੇ ਤਰਵਾਖੋ ਇੱਥੇ ਕਹਿ ਦਿੰਦੇ ਆ, ਉਹ ਤੁਹਾਨੂੰ ਜਿਹੜੀ ਹੈ ਮੰਗਾਉਣੀ ਪੈਣੀ ਹੈ ਜੀ। ਉਹਦੇ ਉੱਤੇ ਤੁਸੀਂ ਆਪਣਾ ਵੀਜ਼ਾ ਲਿਬਰਲ ਤੇ ਅਤੇ ਜਿਹੜਾ ਵੀ ਤੁਹਾਨੂੰ ਇੱਥੇ ਦਾ ਤਜਰਬਾ ਹੈਗਾ ਉਹ ਜਿਹੜਾ ਸਰਟੀਫਿਕੇਟ ਉਹ ਨਾਲ ਲੈ ਕੇ ਅੰਬੈਸੀ ਦੇ ਵਿੱਚ ਅਪਲਾਈ ਕਰਨਾ, ਜਿਹਦੇ ਉੱਤੇ ਜੇਕਰ ਜਦੋਂ ਤੁਹਾਨੂੰ ਵੀਜ਼ਾ ਮਿਲੇਗਾ ਤੇ ਏਅਰਪੋਰਟ ਤੋਂ ਕੈਨੇਡਾ ਤੋਂ ਤੁਹਾਨੂੰ ਵਰਕ ਪਰਮਿਟ ਮਿਲੇਗਾ। ਉਹ ਵਰਕ ਪਰਮਿਟ ਦੇ ਉੱਤੇ ਓਬਲੀਗੇਟੋਰੀ ਹੈ ਕਿ ਤੁਸੀਂ 1 ਸਾਲ ਕੰਮ ਕਰੋ। ਉਸ ਤੋਂ ਬਾਅਦ ਜੇਕਰ ਤੁਸੀਂ PR ਲੈਣੀ ਹੈ ਤੇ ਤੁਹਾਨੂੰ ਘੱਟੋ ਘੱਟ 4 ਬੈਂਡ ਜਿਹੜੇ ਆ ਉੱਥੋਂ ਲੈਣੇ ਪੈਣੇ ਆ। ਜੇਕਰ ਤੁਸੀਂ ਕਿਤੇ ਪ੍ਰੋਫੈਸ਼ਨਲ ਦੇ ਵਿੱਚ ਜਾਂਦੇ ਹੋ ਤੇ ਤੁਹਾਨੂੰ ਆਈਲੈਟਸ ਕਰਨ ਦੀ ਕੋਈ ਲੋੜ ਨਹੀਂ, ਤੇ ਤੁਹਾਨੂੰ ਜਿਹੜਾ ਹੈ ਉੱਥੋਂ ਦੀ PR ਤੁਸੀਂ ਤੁਹਾਨੂੰ ਲੈ ਸਕਦੇ ਹੋ ਜੀ ਉੱਥੇ। ਪਰ ਇੱਥੇ ਦਾ ਪ੍ਰੋਸੈਸ ਇਹ ਹੈ, ਇੱਥੇ ਜਿਹੜਾ ਹੈ ਜਿਹੜਾ ਵੀ ਤੁਸੀਂ ਜਿਹੜਾ ਕੰਮ ਕਰਦੇ ਹੋ ਉਹਦਾ ਤੁਹਾਨੂੰ ਤਜਰਬੇ ਦਾ ਸਰਟੀਫਿਕੇਟ ਜਿਹੜਾ ਹੈਗਾ ਉਹ ਲੈਣਾ ਪੈਣਾ, ਤੇ LMO ਜਿਹੜੀ ਹੈ ਉਹ ਕੈਨੇਡਾ ਤੋਂ ਮੰਗਵਾਉਣੀ ਪੈਣੀ ਹੈ, ਜਿਹਨੂੰ ਵਰਕ ਪਰਮਿਟ ਕਹਿੰਦੇ ਆ ਆਪਾਂ ਸਪੈਨਿਸ਼ ਦੇ ਵਿੱਚ, ਇੰਗਲਿਸ਼ ਦੇ ਵਿੱਚ, ਤੇ ਸਪੈਨਿਸ਼ ਵਿੱਚ ਅਫੇਰਤਾ ਦੇ ਤਰਵਾਖੋ ਕਹਿੰਦੇ। ਉਹ ਜਿਹੜੀ ਹੈ ਮੰਗਵਾਉਣੀ ਪੈਣੀ, ਉਸ ਦੇ ਨਾਲ ਹੀ ਜਿਹੜੀ ਹੈ ਕਾਰਵਾਈ ਹੋਵੇਗੀ ਜੀ। ਅਰਨ ਸ਼ਰਮਾ ਵੱਲੋਂ ਜੀ ਭਾਜੀ ਇਮੀਗ੍ਰਾਂਟਸ ਦਾ ਕੋਈ ਹੱਲ ਦੱਸਿਓ ਜੀ। ਭਾਜੀ ਕੀ ਹੱਲ ਚਾਹੁੰਦੇ ਇਮੀਗ੍ਰਾਂਟਸ ਦਾ? ਇਮੀਗ੍ਰਾਂਟਸ ਨੂੰ 3 ਸਾਲ ਕਰਨੇ ਪੈਣੇ ਤੇ ਉਹਨਾਂ ਨੂੰ ਪੇਪਰ ਮਿਲਣਗੇ, ਇਹ ਹੀ ਹੈ। ਹੋਰ ਇਮੀਗ੍ਰੇਸ਼ਨ ਜਿਹੜੀ ਹੈ ਸਪੇਨ 'ਚ ਨਹੀਂ ਖੁੱਲੇਗੀ ਭਾਜੀ। ਤਰਵੀਜ ਸਿੰਘ ਵੱਲੋਂ ਜੀ ਤਰਵੇਜ ਸਿੰਘ ਵੱਲੋਂ ਕਿਹਾ ਕਿ ਭਾਜੀ ਮੈਂ ਰਾਜਿੰਦਰ ਬੋਲਦਾ, ਮੈਂ ਇੰਡੀਆ ਤੋਂ ਵਾਪਸ
ਆਉਣਾ ਸਾਨੂੰ ਪੀਸੀਸੀ ਦੀ ਲੋੜ ਹੋਵੇਗੀ ਜਾਂ ਮੈਨੂੰ 에ਅਰਪੋਰਟ ਤੇ ਹੀ ਮਿਲੇਗੀ। ਭਾਜੀ ਪੀਸੀਸੀ ਦੀ ਲੋੜ ਇੰਡੀਆ ਤੋਂ ਆਉਣਾ, ਮੈਂ ਤੁਹਾਡਾ ਕੋਈ ਕਮੈਂਟ ਸਮਝਿਆ ਨਹੀਂ। ਪੀਸੀਸੀ ਦੀ ਲੋੜ ਜਾਂ ਪੀਸੀਆਰ ਹੋ ਸਕਦਾ, ਪੀਸੀਆਰ ਟੈਸਟ ਜਿਹੜਾ ਹੈਗਾ ਜਾਂ ਉਹ ਤੁਸੀਂ ਲਿਖਿਆ ਹੋਣਾ, ਤੁਹਾਡੇ ਕੋਲ ਮਿਸਟੇਕ ਹੋ ਗਈ ਹੈ। ਪੀਸੀਆਰ ਦੇ ਜੇ ਤੁਸੀਂ ਕਹਿੰਦੇ ਹੋ ਪੀਸੀਆਰ ਦਾ ਟੈਸਟ ਕਰੋਨਾ ਵਾਇਰਸ ਦਾ, ਤੇ ਉਹਦੀ ਜ਼ਰੂਰਤ ਹੈ। ਤੇ ਜੇ ਤੁਸੀਂ ਕਹਿੰਦੇ ਪੀਸੀਸੀ ਤੇ ਤੁਹਾਨੂੰ ਇੱਥੇ ਆਉਣ ਲਈ ਕੋਈ ਨਹੀਂ ਚਾਹੀਦੀ ਤੁਹਾਨੂੰ ਪੀਸੀਸੀ। ਉਹ ਤਾਂ ਤੁਹਾਨੂੰ ਇੰਡੀਆ ਜਿਹੜੀ ਐਮਬੈਸੀ ਦੇ ਵਿੱਚ ਜੇਕਰ ਵੀਜ਼ਾ ਜਿਹੜਾ ਹੈਗਾ ਇਹ ਲਵਾਉਣਾ ਤੁਸੀਂ, ਤੇ ਉਹ ਉੱਥੇ ਐਮਬੈਸੀ ਦੇ ਵਿੱਚ ਲੱਗਣੀ ਹੈ ਪੀਸੀਸੀ। ਤੇ ਇਹ ਹੋਰ ਤਾਂ ਤੁਹਾਨੂੰ ਹੈਗਾ ਲੋੜ ਨਹੀਂ ਹੈਗੀ ਮੇਰਾ ਖਿਆਲ ਕਿ ਜਿਸ ਤੱਕ ਕਿ ਸਪੇਨ ਇੰਟਰ ਕਰਨ ਲਈ ਤੁਹਾਨੂੰ ਕੋਈ ਵੀ ਜਿਹੜੀ ਹੈ ਪੀਸੀਸੀ ਦੀ ਤੇ ਲੋੜ ਨਹੀਂ। ਸਿਰਫ ਐਮਬੈਸੀ ਵਾਲੇ ਮੰਗਣਗੇ, ਉਹ ਤੁਹਾਡੀ ਕਾਗਜ਼ੀ ਕਾਰਵਾਈ ਇੰਡੀਆ ਹੀ ਪੂਰੀ ਹੋਏਗੀ ਜੀ। ਸੁਖਵਿੰਦਰ ਸਿੰਘ ਵੱਲੋਂ ਅਗਲਾ ਕਮੈਂਟ ਹੈ, ਵੀਰ ਜੀ 7 ਤਰੀਕ ਵਾਲੇ ਲਾਕਡਾਊਨ 'ਚ ਜਿਨ੍ਹਾਂ ਕੋਲ ਪੇਪਰ ਨਹੀਂ ਹੈ ਪਰ ਕੰਮ ਤੇ ਜਾਂਦੇ ਨੇ, ਉਹਨਾਂ ਨੂੰ ਬਾਹਰ ਤੁਰਨ ਫੇਰਨ ਲੱਗਿਆਂ ਕੋਈ ਪ੍ਰੋਬਲਮ ਤਾਂ ਨਹੀਂ, ਮੂਲ ਤਾਂ ਨਹੀਂ ਆਏਗਾ। ਦੇਖੋ ਜਿਹੜੇ ਕੰਮ ਕਰਦੇ ਆ ਉਹ ਤੁਸੀਂ ਜਿਹੜਾ ਹੈਗੇ ਉਹਨਾਂ ਕੋਲ ਆਪਣਾ ਪਾਸਵਰਡ ਨੰਬਰ ਲਿਖਾ ਕੇ ਤੇ ਜਿਹੜਾ ਹੈ ਉਹਨਾਂ ਕੋਲ ਤੁਸੀਂ ਜਿਹੜਾ ਆਉਣ ਜਾਣ ਦਾ ਜਿਹੜਾ ਸਰਟੀਫਿਕੇਟ ਹੁੰਦਾ, ਜਿਹੜਾ ਔਖਾ ਜਿਹੜਾ ਦੇਗੇ, ਉਹ ਤੁਸੀਂ ਲੈ ਸਕਦੇ ਹੋ। ਉਹਦੇ 'ਚ ਪੁਲਿਸ ਤੁਹਾਨੂੰ ਕਦੀ ਕੁਛ ਨਹੀਂ ਕਹੇਗੀ ਕਿ ਤੁਸੀਂ ਬਗੈਰ ਪੇਪਰਾਂ ਤੋਂ ਹੈਗਾ ਤੂੰ ਕੰਮ ਕਿੱਦਾਂ ਕਰ ਸਕਦਾ, ਇੱਦਾਂ ਦੀ ਕੋਈ ਗੱਲ ਨਹੀਂ। ਉਹਦੇ ਵਿੱਚ ਉਹਨਾਂ ਨੇ ਸਿਰਫ ਤੁਹਾਡਾ ਦੇਖਣਾ ਕਿ ਤੁਹਾਡੇ ਕੋਲ ਖੁਸ਼ੀ ਫਿਕਾਨ ਤੇ ਹੈਗਾ ਕਿ ਨਹੀਂ ਹੈਗਾ, ਤੁਸੀਂ ਕੰਮ ਤੇ ਜਾਂਦੇ ਕਿ ਨਹੀਂ ਜਾਂਦੇ। ਉਹਦੇ 'ਚ ਪਿੰਨ ਕੋਡ ਹੁੰਦਾ, ਪਿੰਨ ਕੋਡ ਤੋਂ ਪਿੰਨ ਕੋਡ ਲਿਖਿਆ ਹੁੰਦਾ ਕਿ ਤੁਸੀਂ ਕਿੱਥੋਂ ਕਿੱਥੇ ਜਾਣਾ, ਇਹ ਚੀਜ਼ ਹੁੰਦੀ ਹੈ। ਪਰ ਤੁਹਾਨੂੰ ਦੱਸ ਦਿਓ ਖੁਸ਼ੀ ਫਿਕਾਨ ਤੇ ਜ਼ਰੂਰ ਰੱਖਿਓ, ਨਹੀਂ ਤਾਂ ਜੁਰਮਾਨਾ ਹੋ ਸਕਦਾ ਜੀ। ਸੁਖਵਿੰਦਰ ਸਿੰਘ ਵੱਲੋਂ ਜੀ, ਹਾਂਜੀ ਵੀਰ ਜੀ ਮੈਂ ਦੁਬਾਰਾ ਕਮੈਂਟ ਕੀਤਾ ਹੈ 26 ਕੰਟਰੀ ਵਾਲਾ ਵੀਜ਼ਾ ਜਿਹੜਾ ਹੈਗਾ, ਉਹਨਾਂ ਨੇ ਕਿਹਾ ਕਿਉਂਕਿ ਮੈਂ ਵੀਜ਼ਾ ਇੱਕ 26 ਕੰਟਰੀ ਵਾਲੇ ਤੋਂ ਬੜਾ ਹਾਸਾ ਹੁੰਦਾ ਵੀ 26 ਕੰਟਰੀਆਂ ਵਾਲਾ ਭਾਜੀ ਲਿਖਦਾ, ਸ਼ੈਨਿੰਗਨ ਵੀਜ਼ਾ ਵੀ ਲਿਖ ਦਿਓ। ਹੋ ਜੇ 27 ਹੋ ਗਈਆਂ ਤਾਂ ਫਿਰ ਤੁਹਾਡਾ ਕਮੈਂਟ ਗਲਤ ਹੋ ਜਾਣਾ, ਤੇ ਜੇ 25 ਹੋ ਗਈਆਂ ਤਾਂ ਵੀ ਤੁਹਾਡਾ ਕਮੈਂਟ ਗਲਤ ਹੋ ਜਾਣਾ ਜੀ। ਹਾਂਜੀ, ਕਿਉਂਕਿ ਮੈਂ ਵੀਰ ਜੀ ਡਾਇਰੈਕਟ ਸਪੇਨ ਨਹੀਂ ਆਇਆ ਸੀ, ਮੇਰੀ ਯੂਰਪ ਐਂਟਰੀ ਜਿਹੜੀ ਹੈਗੀ ਹੈ ਉਹ ਪਾਰਾਗਈ ਦੇਸ਼ 'ਚ ਹੈ। ਪਾਰਾਗਈ ਜਿਹੜਾ ਇਹ ਦੇਸ਼ ਯੂਰਪ 'ਚ ਨਹੀਂ ਪੈਂਦਾ, ਇਹ ਤਾਂ ਪੈਂਦਾ ਜੀ ਲਤੀਨੋ ਹੈ ਦੇਸ਼ ਮੇਰੇ ਖਿਆਲ। ਉੱਥੋਂ ਮੈਂ ਫਲਾਈਟ ਲੈ ਕੇ ਪੋਲੈਂਡ ਗਿਆ, ਠੀਕ ਹੈ ਜੀ। ਉੱਥੇ 3 ਦਿਨ ਰਹਿਣ ਤੋਂ ਬਾਅਦ ਫਿਰ ਸਪੇਨ ਬਾਰਸਲੋਨਾ ਫਲਾਈਟ 'ਤੇ ਆਇਆ ਹਾਂ। ਉਹ ਮੈਂ ਤਾਂ ਪੁੱਛਣਾ ਸੀ ਦੁਬਾਰਾ ਵੀ ਇਸ ਚੀਜ਼ ਦਾ ਕੋਈ ਚੱਕਰ ਤੇ ਨਹੀਂ ਪੈਣਾ, ਮਤਲਬ ਰੈਗੋ ਪੇਪਰ ਅਪਲਾਈ ਕਰਨ ਲੱਗੇ ਕੋਈ ਪ੍ਰੋਬਲਮ ਤੇ ਨਹੀਂ ਹੋ ਗਈ ਪਾਸਵਰਡ ਦੇ ਨਾਲ। ਸੌਰੀ ਵੀਰ ਜੀ ਦੁਬਾਰਾ ਡਿਸਟਰਬ ਨਹੀਂ ਜੀ, ਡਿਸਟਰਬ ਦੀ ਜੇ ਦੇਖੋ ਕੋਈ ਗੱਲ ਨਹੀਂ, ਤੁਸੀਂ ਜੀ ਸਦਕੇ ਉਹ ਤੁਹਾਡਾ ਆਪਣਾ ਚੈਨਲ, ਭਾਵੇਂ 50 ਵਾਰੀ ਮੇਰੇ ਕੋਲ ਕਮੈਂਟ ਕਰੋ ਤੁਸੀਂ, ਆਪਾਂ 50 ਵਾਰੀ ਤੁਹਾਡਾ ਜਵਾਬ ਦੇਵਾਂਗੇ, ਇਦਾਂ ਦੀ ਕੋਈ ਗੱਲ ਨਹੀਂ। ਤੁਹਾਡਾ ਆਪਣਾ ਚੈਨਲ ਹੈ, ਤੁਸੀਂ ਭਾਵੇਂ ਫਿਰ ਕਮੈਂਟ ਕਰੋ ਤਾਂ ਆਪਾਂ ਫਿਰ ਤੁਹਾਨੂੰ ਜਵਾਬ ਦੇਵਾਂਗੇ। ਤੇ ਮੈਂ ਤੁਹਾਨੂੰ ਇੱਕ ਗੱਲ ਕਲੀਅਰ ਕਰਦਾ, ਸਿਰਫ ਤੇ ਸਿਰਫ ਉਸ ਨੂੰ ਹੀ ਜਿਹੜੀ ਪੀਸੀਸੀ ਜਾਂ ਪਾਸਵਰਡ ਬਦਲਣ ਦੀ ਲੋੜ ਹੈ ਜਿਹਦੇ ਵੀਜ਼ੇ ਦੇ ਉੱਤੇ ਵਰਕ ਵੀਜ਼ਾ ਜਿਹੜਾ ਲੱਗਾ ਹੋਵੇ, ਜਿਹਦਾ ਇਟਾਲੀਅਨ 9 ਮਹੀਨੇ ਤੇ ਆਉਂਦੇ ਉਹਨਾਂ ਨੂੰ ਲੋੜ ਹੈ। ਜਿਹੜੇ ਅਰਬ ਕੰਟਰੀ ਦੇ ਵਿੱਚ ਵਰਕ ਵੀਜ਼ੇ ਤੇ ਗਏ ਹੁੰਦੇ ਆ ਤੇ 12 ਇੱਥੇ ਆ ਜਾਂਦੇ ਆ, ਉਹਨਾਂ ਨੂੰ ਲੋੜ ਹੈ। ਇੱਦਾਂ ਜਿਹੜਾ ਵੀ ਵਰਕ ਵੀਜ਼ੇ ਤੇ ਆਇਆ ਹੋਵੇ, ਵਰਕ ਪਰਮਿਟ ਤੇ ਆਇਆ ਹੋਵੇ, ਉਹ ਉਸ ਨੂੰ ਹੀ ਲੋੜ ਹੈ ਜੀ, ਹੋਰ ਕਿਸੇ ਨੂੰ ਵੀ ਜਿਹੜਾ ਹੈਗਾ ਲੋੜ ਨਹੀਂ ਹੈ ਜੀ। ਤੁਸੀਂ ਆਪਣੇ ਪਾਸਵਰਡ ਤੁਹਾਡਾ, ਤੁਸੀਂ ਜਿੱਥੇ ਮਰਜ਼ੀ ਟਰੈਵਲ ਕਰ ਸਕਦੇ ਹੋ। ਇਹ ਜਿਹੜੀ ਹੈਗੀ ਤੁਸੀਂ 3 ਮਹੀਨੇ ਤੋਂ ਜ਼ਿਆਦਾ ਤਾਂ ਨਹੀਂ ਇਹਨਾਂ ਦੇਸ਼ਾਂ 'ਚ ਮੇਰੇ ਖਿਆਲ ਰਹੇ ਹੋਣੇ, ਤੇ ਤੁਹਾਨੂੰ ਕੋਈ ਲੋੜ ਨਹੀਂ ਬਾਕੀ, ਤੇ ਤੁਹਾਡਾ ਇਹੀ ਪਾਸਵਰਡ ਚੱਲੇਗਾ ਜੀ। ਹਾਂਜੀ, ਰਣਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਭਾਜੀ। ਇੰਡੀਅਨ ਅੰਬੈਸੀ ਵਾਲੇ ਇੰਨਾ ਤੰਗ ਕਰਦੇ ਆ ਕਿ ਕੋਈ ਵੀ ਨੋਟੀਫਿਕੇਸ਼ਨ ਦੇਣਾ ਜ਼ਰੂਰੀ ਨਹੀਂ ਸਮਝਦੇ। ਮੇਰੀ ਵਾਈਫ ਨੂੰ 3 ਦਿਨ ਦਿੱਲੀ ਲੱਗੇ ਵੀਜ਼ਾ ਲੈਣ ਗਈ ਨੂੰ, ਕੰਪਿਊਟਰ ਪ੍ਰੋਬਲਮ ਹੋ ਗਈ ਸੀ, ਕਹਿੰਦੇ ਕੱਲ ਆ ਜਾਇਓ, ਫਿਰ ਵੀ ਨਹੀਂ ਕੰਮ ਬਣਿਆ। ਪੰਜਾਬ ਤੋਂ ਦਿੱਲੀ ਰੋਜ਼ ਕਿੱਦਾਂ ਜਾਣਾ, ਫਿਰ ਜਿਹੜੇ ਹੋਰ ਵੀ ਬੁਲਾਏ ਹੋਏ ਸੀ ਘੱਟ ਤੋਂ ਘੱਟ ਉਹਨਾਂ ਨੂੰ ਤਾਂ ਦੱਸ ਦਿੰਦੇ, ਪੰਜਾਬ ਤੋਂ ਦਿੱਲੀ ਆਉਣਾ ਤੇ ਪੈਸੇ ਵੀ ਵੇਸਟ ਹੋਏ, ਜਦ ਕਿ ਇਹਨਾਂ ਨੂੰ ਪਤਾ ਸੀ ਕਿ ਲੋਕਾਂ ਦੇ ਆਉਣ ਦਾ ਕੋਈ ਫਾਇਦਾ ਨਹੀਂ। ਬਟ ਜਿਹੜੇ ਆ
ਗੰਦੇ ਲੋਕ ਉੱਥੇ। ਹਾਂਜੀ ਜੀ ਭਾਜੀ ਰਣਜੀਤ ਸਿੰਘ ਜੀ, ਤੁਹਾਡੀ ਜਿਹੜੇ ਹੈਗੀ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਆਪਾਂ। ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ, ਪਤਾ ਨਹੀਂ ਵੀ ਆਪਾਂ ਤਾਂ ਕਹਿੰਦੇ ਆ ਵੀ ਯੂਰਪ ਕੰਟਰੀਆਂ ਜਿਹੜੀਆਂ ਹੈਗੀਆਂ ਬੜਾ ਵਧੀਆ ਵਾ, ਪਰ ਜੋ ਕੜੀ ਘੋਲਣ ਦੇ ਆ ਇਹ ਤਾਂ ਬਹੁਤ ਹੀ ਜ਼ਿਆਦਾ ਖਰਾਬ ਹੈ। ਲੋਕ ਪਹਿਲਾਂ ਹੀ ਪਰੇਸ਼ਾਨ ਹੈ ਕੋਵਿਡ ਤੋਂ, ਕੰਮ ਸਾਰੇ ਠੱਪ ਹੋ ਗਏ ਆ, ਗੁਜ਼ਾਰੇ ਪਤਾ ਨਹੀਂ ਕਿੱਦਾਂ ਕਰਨ ਦੇ। ਉੱਤੋਂ ਜਿਹੜਾ ਇਹ ਆਪਣੇ ਨਵੇਂ ਜਿਹੜੇ ਹੈਗੇ ਆ ਆਪਣੇ ਕਾਨੂੰਨ ਆਪ ਹੀ ਬਣਾਈ ਜਾਂਦੇ ਆ, ਤੇ ਕੋਈ ਵੀ ਨੋਟੀਫਿਕੇਸ਼ਨ ਕੋਈ ਕੁਛ ਨਹੀਂ। ਇਹ ਮੋਦੀ ਤੇ ਝੂਠਾ ਖਾ ਲਿਆ, ਜਿੱਦਾਂ 12 ਵਜੇ ਹਰੇਕ ਕਾਨੂੰਨ ਕੱਢ ਦਿੰਦਾ, ਇਦਾਂ ਹੀ ਇਹ ਕਰੀ ਜਾਂਦਾ। ਇਹ ਤੇ ਪਤਾ ਨਹੀਂ ਹੁਣ ਲੱਗਣ ਦਿਆ, ਪਰ ਆਪਾਂ ਕੋਈ ਨਹੀਂ, ਜਿਹੜੇ ਹੈ ਜਿੱਥੇ ਤੱਕ ਸਾਡੀ ਔਕਾਤ ਹੈ ਆਪਾਂ ਕਾਰਵਾਈ ਜਿਹੜੀ ਹੈ ਉਹ ਸ਼ੁਰੂ ਕੀਤੀ ਹੈ। ਪਰਮਾਤਮਾ ਕਰੇਗਾ ਜ਼ਰੂਰ ਸਾਰਾ ਕੁਝ ਠੀਕ ਹੋ ਜਾਏਗਾ। ਇਹ ਕੋਰੋਨਾ ਵਾਇਰਸ ਹੀ ਠੀਕ ਹੋ ਜਾਵੇ ਤੇ ਸਭ ਕੁਝ ਆਪੇ ਹੀ ਠੀਕ ਹੋ ਜਾਣਾ। ਆਪਾਂ ਆਸ ਕਰਦੇ ਹਾਂ ਜੀ, ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ ਕਿ ਜਲਦ ਹੀ ਜਿਹੜੇ ਆ ਹਾਲਾਤ ਜਿਹੜੇ ਆ ਸੁਧਰ ਜਾਣਗੇ। ਬਾਕੀ ਤੁਸੀਂ ਵੀਜ਼ਾ emb2021gmail.com ਤੇ ਜਿਹੜਾ ਹੈ ਆਪੋ ਆਪਣੇ ਜਿਹੜਾ ਹੈ ਉਹ ਡਾਕੂਮੈਂਟ ਤੇ ਨਹੀਂ ਭੇਜਣੇ, ਸਿਰਫ ਆਪਣਾ ਨਾਮ ਤੇ ਉਹ ਜਿਹੜਾ ਹੈਗਾ ਫੋਨ ਨੰਬਰ ਤੇ ਕੈਂਡੀਡੇਟ ਦਾ ਨਾਮ ਤੇ ਉਹਨਾਂ ਪਾਸਪੋਰਟ ਨੰਬਰ ਭੇਜੋ। ਅਸੀਂ ਜਿਹੜਾ ਹੈ ਕੋਸ਼ਿਸ਼ ਕਰਾਂਗੇ ਕਿ ਜਲਦੀ ਇਹ ਜਿਹੜਾ ਪੰਗਾ ਪਿਆ ਉਹਨੂੰ ਹੱਲ ਕੀਤਾ ਜਾਵੇ। ਤੇ ਇੱਥੇ ਹੀ ਜਿਹੜਾ ਹੈ ਅੱਜ ਦਾ ਜਿਹੜਾ ਹੈ ਆਪਾਂ ਖਬਰਾਂ ਦੀ ਸਮਾਪਤੀ ਕਰਦੇ ਹਾਂ ਜੀ। ਸਾਰਿਆਂ ਦਾ ਧੰਨਵਾਦ ਜੀ ਜਿਨ੍ਹਾਂ ਨੇ ਕਮੈਂਟ ਕੀਤਾ ਹੈ, ਤੇ ਉਹਨਾਂ ਕੋਲ ਮਾਫੀ ਮੰਗਦੇ ਜਿਨ੍ਹਾਂ ਦਾ ਕਮੈਂਟ ਨਹੀਂ ਪੜਿਆ ਗਿਆ ਕਿਉਂਕਿ ਟਾਈਮ ਦੀ ਸ਼ਾਰਟੇਜ ਕਰਕੇ। ਤੇ ਫਿਰ ਮਿਲਦੇ ਹਾਂ ਜੀ ਕੱਲ ਨੂੰ ਤਾਜ਼ੀਆਂ ਤਰਾਰ ਖਬਰਾਂ ਦੇ ਨਾਲ ਲੈ ਕੇ ਜੀ। ਹੱਸਦੇ ਰਹੋ ਵੱਸਦੇ ਰਹੋ ਜੀ। ਫਿਰ ਮਿਲਾਂਗੇ ਜੀ ਕੱਲ ਨੂੰ। ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਤੇ ਸਤਿ ਸ੍ਰੀ ਅਕਾਲ।